एक ओंकार सतगुर प्रसाद बसंत रामानंद जी घर पहला। कत जाइए रे घर लागो रंग, मेरा चित ना चलै मन भयो पंग। कत जाइए रे घर लागो रंग, मेरा चित ना चलै मन भयो पंग। एक दिवस मन भई उमंग, कास चंदन चोआ बहु सुगंध। पूजन चाली ब्रह्म ठाय, सो ब्रह्म बतायो गुर मन ही माहे। जहाँ जाइए तह जल पखान, तू पूर रह्यो है सब समान। वेद पुराण सब देखे जोए, उहाँ तऊ जाइए जो इहाँ ना होए। सतगुर मैं बलिहारी तोर, जिन सकल विकल भ्रम काटे मोर। रामानंद स्वामी रमत ब्रह्म, गुर का शब्द काटै कोट कर्म। रामानंद स्वामी रमत ब्रह्म, गुर का शब्द काटै कोट कर्म। सो वाहेगुरु जी का खालसा, वाहेगुरु जी की फतेह। परम सन्मानयोग श्री गुरु ग्रंथ साहब जी की पावन पवित्र हजूरी विच विराजमान बहुत ही आदरणीय गुरु स्वरूप साध संगत जी, बहुत वडभागे हो जो उद्यम करदिया होया गुरु चरनां विच बराज के गुरु सवारियां तो गुरबाणी दे मनोहर कीर्तन सरवण करके लाहे प्राप्त कर रहे सो। गुरदेव सबना दी हाज़री सेवा काल थाएं पाउण। सो साध संगत उपरंत आप जी ने हुणे हुणे दास पासों जो एक पावन शब्द सरवण किया है, ये पवित्र शब्द बसंत राग विच भगत रामानंद जी का उच्चारण किया होया है। आप जी दे ज्ञात लई बेनती करदियां कि कबीर साहब दे अध्यात्मक गुरु भी बाबा रामानंद जी सन। जिस तरह लोग शुकरात नूं बहुत जानते हैं, जिहड़े भी लोग लिटरेचर पढ़ते हैं जां लिटरेचर पढ़न दा गुरु संगत जी शौक रखते हैं,
ਉਹ ਸਾਰੇ ਸ਼ੁਕਰਾਤ ਨੂੰ ਜਾਣਦੇ ਨੇ। ਸ਼ੁਕਰਾਤ ਬੜਾ ਮਸ਼ਹੂਰ ਫਿਲਾਸਫਰ ਹੋਇਆ ਹੈ। ਅੱਜ ਕਰੋੜਾਂ ਲੋਕ ਉਹਦੇ ਫਾਲੋਅਰ ਨੇ, ਪਰ ਸ਼ੁਕਰਾਤ ਦੇ ਉਸਤਾਦ ਨੂੰ ਬਹੁਤ ਘੱਟ ਲੋਕ ਜਾਣਦੇ ਨੇ। ਉਹਦਾ ਨਾਂ ਸੀ ਪਾਇਥਾਗੋਰਸ। ਪਾਇਥਾਗੋਰਸ ਆਪਣੇ 40 ਮੁਰੀਦਾਂ ਸਮੇਤ ਵਿਰੋਧੀਆਂ ਦੇ ਕਾਬੂ ਆ ਗਿਆ ਸੀ ਤੇ ਪਾਇਥਾਗੋਰਸ ਨੇ ਸਮਝਿਆ ਵੀ ਇਹ ਸਾਹਮਣੇ ਜਿਹੜਾ ਮੰਦਰ ਹੈ, ਧਾਰਮਿਕ ਸਥਾਨ ਹੈ, ਇਹ ਉਹਨਾਂ ਲੋਕਾਂ ਦਾ ਹੈ ਜਿਹੜੇ ਮੇਰੇ ਵਿਰੋਧੀ ਨੇ। ਯੂਰਪ ਦੀ ਕਥਾ ਹੈ, ਬੜੀ ਦਿਲਚਸਪ, ਔਰ ਇਹ ਸ਼ੁਕਰਾਤ ਦਾ ਉਸਤਾਦ ਸੀ ਪਾਇਥਾਗੋਰਸ। ਔਰ ਜੇ ਮੈਂ ਇਸ ਮੰਦਰ ਵਿੱਚ ਸ਼ਰਨ ਲੈ ਲਾਂ ਤੇ ਮੇਰਾ ਲਿਹਾਜ਼ ਕਰ ਦੇਣਗੇ, ਤਾਂ ਉਹ 40 ਮੁਰੀਦਾਂ ਸਮੇਤ ਉਸ ਮੰਦਰ ਦੇ ਵਿੱਚ ਪ੍ਰਵੇਸ਼ ਹੋ ਗਿਆ। ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਬਹੁਤ ਸਾਰੇ ਲੋਕ ਚੜ੍ਹ ਕੇ ਆ ਗਏ ਸਨ। ਅੱਛਾ, ਤੁਸੀਂ ਹੈਰਾਨ ਹੋਵੋਗੇ ਵਜ੍ਹਾ ਕੀ ਸੀ। ਵਜ੍ਹਾ ਇਤਨੀ ਸੀ ਵੀ ਤਕਰੀਰ ਕਰ ਰਿਹਾ ਸੀ ਤੇ ਕੋਈ ਧਨਾੜ ਵਿਅਕਤੀ ਆਇਆ, ਉਹਦੇ ਆਉਣ ਨਾਲ ਥੋੜੀ ਹਲਚਲ ਜੀ ਹੋ ਗਈ। ਉਹਨੇ ਇਤਨਾ ਹੀ ਕਿਹਾ ਵੀ ਚੱਲਦੇ ਪ੍ਰੋਗਰਾਮ 'ਚ ਡਿਸਟਰਬੈਂਸ ਹੋ ਰਹੀ ਹੈ, ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠ ਜਾਓ, ਡਿਸਟਰਬੈਂਸ ਨਹੀਂ ਕਰਨੀ ਚਾਹੀਦੀ। ਉਹਨੇ ਸਭਾ 'ਚ ਖੜੇ ਹੋ ਕੇ ਕਿਹਾ, ਤੂੰ ਮੇਰਾ ਅਪਮਾਨ ਕੀਤਾ, ਮੈਂ ਸੁਣਨਾ ਨਹੀਂ ਤੈਨੂੰ, ਮੈਂ ਚੱਲਿਆ ਵਾਂ, ਮੈਂ ਤੈਨੂੰ ਵੇਖ ਲਾਂਗਾ। ਉਹਨੇ ਸੱਚੀ ਮੁੱਚੀ ਵੇਖਿਆ। ਫਿਰ ਉਸ ਮੰਦਰ ਨੂੰ ਉਸ ਵਿਅਕਤੀ ਨੇ ਆਪਣੇ ਸਹਿਯੋਗੀਆਂ ਨਾਲ ਅੱਗ ਲਾ ਦਿੱਤੀ ਔਰ ਪਾਇਥਾਗੋਰਸ ਆਪਣੇ 40 ਮੁਰੀਦਾਂ ਸਮੇਤ ਉਹਦੇ ਵਿੱਚ ਸੜ ਕੇ ਮਰ ਗਿਆ। ਤੋ ਸ਼ੁਕਰਾਤ ਨੂੰ ਬਹੁਤ ਲੋਕ ਜਾਣਦੇ ਨੇ, ਪਾਇਥਾਗੋਰਸ ਨੂੰ ਨਹੀਂ। ਕਬੀਰ ਨੂੰ ਬਹੁਤ ਜਾਣਦੇ ਨੇ, ਪਰ ਜਿਤਨਾ ਕਬੀਰ ਨੂੰ ਲੋਕ ਜਾਣਦੇ ਨੇ ਉਤਨਾ ਰਾਮਾਨੰਦ ਨੂੰ ਨਹੀਂ ਜਾਣਦੇ। ਰਾਮਾਨੰਦ ਜੀ ਕਬੀਰ ਸਾਹਿਬ ਦੇ ਅਧਿਆਤਮਕ ਗੁਰੂ ਸਨ। ਚੁਨਾਚੇ ਭਾਈ ਗੁਰਦਾਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤੇ ਥਾਈ। ਕਿਉਂਕਿ ਦੀਕਸ਼ਤ ਹੋਣਾ ਬੜਾ ਜ਼ਰੂਰੀ ਸੀ। ਗੁਰੂ ਅੱਗੇ ਅੱਗੇ ਬੋਲਦਾ ਹੈ, ਚੇਲਾ ਪਿੱਛੇ ਪਿੱਛੇ ਬੋਲਦਾ, ਇਹਨੂੰ ਦੀਕਸ਼ਤ ਹੋਣਾ ਮੰਨਦੇ ਨੇ। ਦੀਕਸ਼ਤ ਹੋਣ ਦੇ ਆਪਣੇ ਆਪਣੇ ਤਰੀਕੇ ਨੇ। ਬਪਤਿਸਮਾ ਦੇਣ ਲੱਗਿਆ ਥੋੜਾ ਜਿਹਾ ਡਿਫਰੈਂਟ ਤਰੀਕਾ ਹੈ। ਸਾਡੇ ਉੱਥੇ ਵੈਦਿਕ ਮਤਾਂ ਵਿੱਚ ਜ਼ਿਆਦਾਤਰ ਇਹ ਰਿਵਾਜ ਹੈ ਵੀ ਗੁਰੂ ਪਹਿਲਾਂ ਮੰਤਰ ਬੋਲਦਾ ਹੈ, ਚੇਲਾ ਉਹਦੇ ਪਿੱਛੇ ਮੰਤਰ ਬੋਲਦਾ, ਉਹ 5 ਵਾਰਾਂ 7 ਵਾਰਾਂ 10 ਵਾਰਾਂ, ਉਹ ਫਿਰ ਕਹਿੰਦੇ ਵੀ ਹੁਣ ਤੂੰ ਦੀਕਸ਼ਤ ਹੋ ਗਿਆ, ਸਿਕਸ਼ਤ ਹੋ ਗਿਆ। ਕਬੀਰ ਸਾਹਿਬ ਤੁਰੇ ਤੇ ਚੰਗੇ ਪਾਸੇ ਸਨ, ਪਰ ਕਿਸੇ ਸਿਆਣੇ ਨੇ ਆਖਿਆ ਵੀ ਤੂੰ ਗੁਰੂ ਧਾਰਨ ਨਹੀਂ ਕੀਤਾ, ਬਾਤ ਕਿਵੇਂ ਬਣੇਗੀ। ਆਖਣ ਲੱਗਾ ਫਿਰ ਗੁਰੂ ਕਿਹਨੂੰ ਧਾਰਨ ਕਰਾਂ। ਉਹ ਕਹਿਣਗੇ ਰਾਮਾਨੰਦ ਜੀ ਨੂੰ ਕਰ ਲਓ। ਰਾਮਾਨੰਦ ਜੀ ਵੈਸ਼ਨਵ ਸਨ। ਵੈਸ਼ਨਵ ਦਾ ਮਤਲਬ ਸਿਰਫ ਇਤਨਾ ਨਹੀਂ ਹੁੰਦਾ ਵੀ ਉਹ ਨੌਨ ਵੈਜ ਨਹੀਂ ਲੈਂਦੇ। ਸਾਡੇ ਉੱਥੇ ਰਸਤੇ 'ਚ ਢਾਬੇ ਨੇ ਨਾ, ਵੈਸ਼ਨੂ ਢਾਬਾ, ਅਸੀਂ ਸਿਰਫ ਉਹਦਾ ਇਤਨਾ ਹੀ ਮਤਲਬ ਸਮਝਦੇ ਹਾਂ ਵੀ ਇੱਥੇ ਨੌਨ ਵੈਜ ਨਹੀਂ ਗਾ, ਦਾਲਾਂ ਹੀ ਮਿਲਣਗੀਆਂ। ਤੋ ਵੈਸ਼ਨਵ ਦਾ ਇੱਕ ਵੱਖਰਾ ਕੌਨਸੈਪਟ ਹੈ। ਖੈਰ, ਇਹ ਵੈਸ਼ਨਵ ਸਨ ਤੇ ਜਿਹੜੇ ਵੈਸ਼ਨਵ ਲੋਕ ਨੇ ਉਹ ਥੋੜਾ ਵਰਨ ਵੰਡ ਨੂੰ ਜ਼ਿਆਦਾ ਮੰਨਦੇ ਨੇ। ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਵੈਸ ਹੈ, ਸੂਦ ਹੈ। ਹੁਣ ਕਬੀਰ ਜੀ ਦੇ ਮਨ ਵਿੱਚ ਵਿਚਾਰ ਆਈ ਵੀ ਇਹ ਤੇ ਵੈਸ਼ਨਵ ਭਗਤ ਨੇ ਤੇ ਮੈਂ ਜੁਲਾਹਾ ਹਾਂ ਤੇ ਅਸੀਂ ਸ਼ੂਦਰਾਂ ਦੀ ਕੈਟਾਗਰੀ 'ਚ ਆਉਂਦੇ ਹਾਂ, ਮੈਨੂੰ ਤੇ ਉਹਨਾਂ ਦੀਕਸ਼ਤ ਨਹੀਂ ਕਰਨਾ। ਤਾਂ ਮਨ ਵਿੱਚ ਵਿਚਾਰ ਆਈ ਵੀ ਉਹਨਾਂ ਦਾ ਇੱਕ ਸੁਭਾਅ ਹੈ ਵੀ ਉਹ ਜਿਹੜਾ ਵੀ ਅੱਗੋਂ ਮਿਲੇ ਉਹਨੂੰ ਕਹਿੰਦੇ ਨੇ ਰਾਮ ਕੇ ਰਾਮ ਕਹੋ। ਇਹ ਉਹਨਾਂ ਦਾ ਤਕੀਆ ਕਲਾਮ ਸੀ। ਸੰਗਤ ਜੀ, ਤਕੀਆ ਕਲਾਮ ਤੁਸੀਂ ਸਮਝਦੇ ਹੋ ਤੇ ਮੁਬਾਰਕ ਹੈ। ਗੁਰੂ ਨਾਨਕ ਸਾਹਿਬ ਦਾ ਤਕੀਆ ਕਲਾਮ ਸੀ ਸਤ ਕਰਤਾਰ। ਕੋਈ ਵੀ ਅੱਗੋਂ ਆ ਰਿਹਾ ਕਹਿਣਾ ਭਾਈ ਕਹੋ ਸਤ ਕਰਤਾਰ, ਉਹਨੇ ਕਹਿਣਾ ਜੀ ਸਤ ਕਰਤਾਰ। ਕਲਗੀਧਰ ਪਾਤਸ਼ਾਹ ਜ਼ਿਆਦਾਤਰ ਤਉ ਪ੍ਰਸਾਦ ਸ਼ਬਦ ਵਰਤਦੇ ਸਨ। ਤਉ ਪ੍ਰਸਾਦ, ਤੇਰੀ ਕਿਰਪਾ ਨਾਲ।
ਬਾਬਾ ਰਾਮਾਨੰਦ ਜੀ ਬਾਰੇ ਲਿਖਿਆ ਵੀ ਉਹਨਾਂ ਦਾ ਤਕੀਆ ਕਲਾਮ ਸੀ, ਰਾਮ ਕੇ ਰਾਮ ਕਹੋ। ਹੁਣ ਮਨੇਰੇ ਉੱਠ ਕੇ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਸਨ। ਪਿਆਰਿਓ, ਇਕਾਗਰਤਾ ਬਣਾਈ ਰੱਖੋ। ਮਨੇਰੇ ਉੱਠ ਕੇ ਗੰਗਾ ਦਾ ਇਸ਼ਨਾਨ ਕਰਨ ਜਾਣਾ। ਛੋਟੀ ਜੀ ਪਗਡੰਡੀ ਸੀ, ਆਲੇ ਦੁਆਲੇ ਘਾਹ ਝਾੜੀਆਂ ਸਨ, ਔਰ ਪਗਡੰਡੀ ਤੁਰ ਤੁਰ ਕੇ ਉੱਥੋਂ ਘਾਹ ਉੱਡ ਗਿਆ ਸੀ। ਹੁਣ ਉਹਨਾਂ ਨੂੰ ਤਰਤੀਬ ਸੁੱਝੀ ਬਈ ਉੱਥੇ ਜਾ ਕੇ ਉਹ ਲੰਮੇ ਪੈ ਗਏ। ਹਨੇਰੇ ਦੇ ਦੋਸ਼ ਕਾਰਨ ਰਾਮਾਨੰਦ ਜੀ ਨੂੰ ਉਹ ਦਿਸੇ ਹੀ ਨਹੀਂ। ਤੇ ਜਿਸ ਵੇਲੇ ਠੁੱਡਾ ਵੱਜਾ ਤੇ ਆਖਣ ਲੱਗੇ, ਉੱਠ ਰਾਮ ਕੇ ਰਾਮ ਕਹੋ। ਬਈ ਅੰਮ੍ਰਿਤ ਵੇਲਾ ਹੋ ਗਿਆ, ਤੁਸੀਂ ਸੁੱਤੇ ਕਿਉਂ ਜੇ? ਉੱਠ ਰਾਮ ਕੇ ਰਾਮ ਕਹੋ। ਉਹ ਉੱਠ ਕੇ ਬੈਠ ਕੇ ਹੱਥ ਜੋੜ ਕੇ ਕਹਿਣ ਲੱਗੇ, ਰਾਮ 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 ਰਾਮ। ਦੀਕਸ਼ਤ ਹੋ ਗਏ। ਤੋ ਇਹ ਉਹ ਬਾਬਾ ਰਾਮਾਨੰਦ ਜੀ ਨੇ ਜਿਹੜੇ ਭਗਤ ਕਬੀਰ ਸਾਹਿਬ ਦੇ ਅਧਿਆਤਮਕ ਗੁਰੂ ਨੇ। ਮੈਂ ਬੇਨਤੀ ਕਰਦੇ ਹਾਂ, ਜਿਹੜੀਆਂ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹ ਭਾਈ ਗੁਰਦਾਸ ਜੀ ਦੀਆਂ ਨੇ। ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਪੌੜੀ 7-8 ਲਾਈਨਾਂ ਦੀ ਹੈ, ਪਰ ਸਾਡੇ ਵਿਸ਼ੇ ਨਾਲ ਇਹੀ ਰਿਲੇਟਡ ਨੇ, ਜਿਤਨੀਆਂ ਕੁ ਮੈਂ ਆਪ ਜੀ ਨਾਲ ਸਾਂਝੀਆਂ ਕਰ ਲਈਆਂ ਨੇ। ਤੋ ਭਗਤ ਰਾਮਾਨੰਦ ਜੀ ਆਪਣੇ ਸਮੇਂ ਦੇ ਮੰਨੇ ਪ੍ਰਮੰਨੇ ਭਗਤ ਨੇ। ਉਹਨਾਂ ਨੇ ਹੋਰ ਕਈ ਭਗਤ ਬਣਾਏ ਜਿਨ੍ਹਾਂ ਦੀ ਬੜੀ ਮਸ਼ਹੂਰੀ ਹੋਈ, ਬੜੇ ਪ੍ਰਸਿੱਧ ਹੋਏ, ਜਿਨ੍ਹਾਂ ਵਿੱਚ ਭਗਤ ਕਬੀਰ ਜੀ ਵੀ ਨੇ, ਹੋਰ ਵੀ ਉਹਨਾਂ ਦੇ ਸਮਕਾਲੀ ਭਗਤ ਨੇ। ਬਸੰਤ ਰਾਗ ਵਿੱਚ ਰਾਮਾਨੰਦ ਜੀ ਦਾ ਇਹ ਪਵਿੱਤਰ ਸ਼ਬਦ, ਜਿਹਦੀ ਸ਼ੁਰੂਆਤ ਆਪ ਜੀ ਕਰਦੇ ਨੇ, ਕਹਿੰਦੇ ਨੇ, ਕੱਤ ਜਾਈਏ ਰੇ ਘਰ ਲਾਗੋ ਰੰਗ। ਘਰ ਇੱਥੇ ਹਿਰਦੇ ਵਾਸਤੇ, ਅੰਦਰ ਵਾਸਤੇ ਸ਼ਬਦ ਵਰਤਿਆ ਗਿਆ। ਆਮ ਤੌਰ ਤੇ ਪ੍ਰਭੂ ਪ੍ਰਾਪਤੀ ਵਾਸਤੇ ਸਾਰੇ ਲੋਕ ਹੀ ਹਿਜਰ ਕਰਦੇ ਨੇ, ਡਿਪਾਰਚਰ ਕਰਦੇ ਨੇ, ਇੱਕ ਥਾਂ ਤੋਂ ਦੂਜੇ ਥਾਂ ਤੇ ਮੂਵ ਹੁੰਦੇ ਨੇ। ਅੱਛਾ, ਉਹਦੇ ਵਿੱਚ ਤੀਰਥ ਯਾਤਰਾ ਦਾ ਬੜਾ ਬੋਲਬਾਲਾ ਹੈ। ਹਾਜੀ ਲੋਕ ਮੱਕੇ ਜਾਂਦੇ ਨੇ ਜ਼ਿਆਰਤ ਕਰਨ, ਹੱਜ ਕਰਨ, ਉਹ ਮੁਬਾਰਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਜਮ ਜਮ ਕੇ ਜਾਣ। ਤੋ ਸਤ ਸੰਗਤ 7 ਪੁਰੀਆਂ ਨੇ ਹਿੰਦੂਆਂ ਦੀਆਂ। ਜਿਸ ਤਰ੍ਹਾਂ ਸਾਡੇ 5 ਤਖਤ ਸਾਹਿਬਾਨ ਨੇ, ਇਸ ਤਰ੍ਹਾਂ ਉਹਨਾਂ ਦੀਆਂ 7 ਪੁਰੀਆਂ ਨੇ, ਔਰ ਹਰੇਕ ਪੁਰੀ ਤੋਂ ਦੂਜੀ ਪੁਰੀ ਤੱਕ ਟ੍ਰੇਨ ਦਾ ਪ੍ਰਬੰਧ ਕੀਤਾ ਹੋਇਆ। ਦਿਹਾੜੀ 'ਚ 1-1, 2-2 ਟ੍ਰੇਨਾਂ ਚੱਲਦੀਆਂ ਨੇ, ਸੁਵਿਧਾ ਦਿੱਤੀ ਗਈ ਹੈ ਉਹਨਾਂ ਨੂੰ। ਔਰ ਉਹ ਵੈਸੇ ਤੇ 68 ਤੀਰਥ ਨੇ ਜਿਹੜੇ ਬੜੇ ਪ੍ਰਸਿੱਧ ਤੀਰਥ ਨੇ, ਪਰ 7 ਪੁਰੀਆਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ, ਜਿਹਦੇ ਵਿੱਚ ਜਗਨਨਾਥਪੁਰੀ ਹੈ, ਉਜੈਨ ਹੈ, ਹਰਿद्वार है, मथुरा है, इसे प्रकार कुछ होर भी ने। और मुसलमान मक्के जाते ने, हिंदू 68 तीर्थां ते इशनान करते ने, ते सिखां नूं ये हुक्म है भी 5 तख्त साहिबान दे दर्शन। ਅੰਮ੍ਰਿਤਧਾਰੀ ਸਿੰਘ ਨੂੰ ਇਹ ਕਿਹਾ ਜਾਂਦਾ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਵੀ ਜਦੋਂ ਵੀ ਸਬੱਬ ਬਣੇ 5 ਤਖਤਾਂ ਦੇ ਦਰਸ਼ਨ ਕਰਨੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੋਣਾ ਤਖਤ ਸਾਹਿਬ ਤੇ। ਇਹ ਹੁਕਮ ਹੈ ਔਰ ਇਹਨੂੰ ਮੰਨਣਾ ਚਾਹੀਦਾ ਜੇ ਅਫੋਰਡ ਕਰ ਸਕਨੇ ਆ। ਨਾਲ ਇਹ ਵੀ ਬੇਨਤੀ ਹੈ ਵੀ ਜੇ ਨਹੀਂ ਕਰ ਸਕਦੇ ਤੇ ਤੰਗ ਨਹੀਂ ਹੋਣਾ, ਤੰਗ ਹੋ ਕੇ ਦਰਸ਼ਨ ਕਰਨ ਨਹੀਂ ਜਾਣਾ। ਇਹ ਵੀ ਮੈਂ ਬੇਨਤੀ ਕਰਦੇ ਹਾਂ, ਵਹਿਮ ਨਹੀਂ ਕਰਨਾ। ਪਰ ਹੁਣ ਸਿੱਖਾਂ ਵਿੱਚ ਵੀ ਇੱਕ ਕੁਰੀਤੀ ਪੈਦਾ ਹੋ ਗਈ, ਕਿਹੜੀ? ਹੋੜ ਲੱਗ ਗਈ, ਗਿਣਤੀ। ਮੈਂ ਇਤਨੀ ਵਾਰੀ ਫਲਾਣੇ ਤੀਰਥ ਤੇ ਹੋ ਆਇਆ, ਮੈਂ ਇਤਨੀ ਵਾਰੀ ਫਲਾਣੇ ਤੇ, ਮੈਂ 21 ਵਾਰਾਂ, ਮੈਂ 31 ਵਾਰਾਂ। ਇਹ ਗੁਰਮਤ ਨਹੀਂ ਹੈ। ਕਿਉਂ ਗੁਰਮਤ ਨਹੀਂ ਹੈ ਜੀ? ਕਿਉਂਕਿ ਕੂਜ਼ਾ ਆਮਦ, ਕੂਜ਼ਾ ਰਫਤੀ, ਕੂਜ਼ਾ ਮੇਰਵੀ, ਦਵਾਰਕਾ ਨਗਰੀ ਕਾਹੇ ਕੇ ਮੰਗੋਲ। ਨਾ ਤੇ ਉਹ ਮੁਗਲਾਂ ਦੇ ਹੈੱਡ ਮਰਕਜ਼ੇ ਕੌਮ ਮੱਕੇ ਵਿੱਚ ਬੈਠਾ ਹੋਇਆ, ਨਾ ਹਿੰਦੂਆਂ ਦਾ ਮਰਕਜ਼ ਦਵਾਰਕਾਪੁਰੀ 'ਚੋਂ ਬੈਠਾ ਹੋਇਆ। ਕੁਜ਼ਾ ਆਮਦ ਉਹ ਕਿੱਥੋਂ ਆਉਂਦਾ ਹੈ?
ਕੁਜ਼ਾ ਰਫਤੀ ਉਹ ਕਿੱਥੇ ਜਾਂਦਾ ਹੈ, ਕੁਜ਼ਾ ਮੇਰ ਵੀ ਉਹ ਕਿਤੇ ਨਾ ਆਉਂਦਾ ਹੈ ਤੇ ਨਾ ਹੀ ਕਿਤੇ ਜਾਂਦਾ ਹੈ, ਉਹ ਹਰ ਥਾਂ ਤੇ ਵਿਆਪਕ ਹੈ। ਅੱਛਾ, ਇੱਕ ਮੈਂ ਹੋਰ ਚੱਲਦੀ ਗੱਲ 'ਚ ਬੇਨਤੀ ਕਰਦੇ ਹਾਂ, ਇੱਕ ਸ਼ਬਦ ਅਸੀਂ ਸਰਬ ਵਿਆਪਕ ਵਰਤਨੇ ਆ, ਸਰਬ ਵਿਆਪਕ। ਜਦੋਂ ਤੁਸੀਂ ਵਿਆਪਕ ਕਹਿ ਦਿਓ ਤਾਂ ਉਹਦੇ ਨਾਲ ਸਰਬ ਨਾਮ ਹੀ ਲਾਓ ਤੇ ਚੱਲ ਜਾਂਦਾ, ਪਰ ਜੇ ਅੱਖਰਾਂ ਦਾ ਬੋਧ ਹੈ ਤਾਂ। ਜਿਵੇਂ ਕੋਈ ਬੰਦਾ ਕਵੇ ਵੀ ਫਲਾਣਾ ਬੰਦਾ ਟਾਈਮ ਦਾ ਬਹੁਤ ਪੰਕਚੁਅਲ ਹੈ, ਤੇ ਜਿਹੜਾ ਗ੍ਰਾਮਰ ਦਾ ਵਾਕਫ ਹੈ ਉਹ ਕਹੇਗਾ ਗਿਆਨੀ ਜੀ ਨਾਲ ਟਾਈਮ ਲਾਉਣ ਦੀ ਕੀ ਲੋੜ ਸੀ, ਤੁਸੀਂ ਪੰਕਚੁਅਲ ਕਹਿ ਦਿੰਦੇ ਕਾਫੀ ਸੀ। ਇਸੇ ਤਰ੍ਹਾਂ ਵਿਆਪਕ ਕਹਿ ਦਿੱਤਾ ਤੇ ਸਰਬ ਦੀ ਜ਼ਰੂਰਤ ਨਹੀਂ ਹੈ, ਇਹ ਵੀ ਮੈਂ ਬੇਨਤੀ ਕਰ ਦਿਆਂ। ਵਿਆਪਕ ਹੀ ਕਾਫੀ ਹੈ, ਵਿਆਪਕ ਆਪਣੇ ਆਪ 'ਚ ਮੁਕੰਮਲ ਹੈ। ਖੈਰ, ਤੋ ਸਿੱਖ ਵੀ ਘੱਟ ਨਹੀਂ, ਮੈਨੂੰ ਕੀ ਫਰਕ ਪੈਂਦਾ? ਕਈ ਵਾਰ ਕਿੰਤੂ ਪਰੰਤੂ ਹੁੰਦਾ ਹੈ ਨਾ, ਕੋਈ ਬੰਦਾ ਬੈਠਾ ਹੀ ਪ੍ਰਾਇਮਰੀ 'ਚ, ਉਹਦਾ ਕੀ ਕਰੋਗੇ? ਉਹ ਇਹਨੂੰ ਇਸ਼ੂ ਬਣਾ ਲੈਂਦੇ ਨੇ, ਉਹ ਕਹਿੰਦਾ ਜੀ ਇਤਿਹਾਸਕ ਸਥਾਨਾਂ ਤੇ ਨਹੀਂ ਜਾਣਾ। ਮੈਂ ਕਹਿੰਦਾ ਜਾਣਾ ਚਾਹੀਦਾ, ਪਰ ਹੋੜ ਵਿੱਚ ਸ਼ਾਮਲ ਨਾ ਹੋਵੋ। ਤਿੰਨ ਚੀਜ਼ਾਂ ਜ਼ਾਇਆ ਹੁੰਦੀਆਂ ਨੇ, ਟਾਈਮ, ਐਨਰਜੀ, ਮਨੀ ਔਰ ਕਦੀ ਕਦੀ ਜਾਨਾਂ ਵੀ। 100 ਲੜਕਾ ਇਕੱਠਾ ਹੋ ਕੇ ਪਹਾੜਾਂ ਵਿੱਚ ਜਾ ਰਿਹਾ ਹੈ, ਚੜ੍ਹ ਰਿਹਾ ਹੈ, ਉਹ ਕੋਈ ਇੰਸੀਡੈਂਟ ਹੋ ਗਿਆ ਰਸਤੇ 'ਚ, 2 4 5 6 ਮੁੰਡੇ ਮਾਰੇ ਗਏ। ਇਹ ਐਵਰੀ ਈਅਰ 100 ਦੇ ਕਰੀਬ ਐਵਰੇਜ ਹੈ ਸਾਡੀ। 100 ਦੇ ਕਰੀਬ ਨੌਜਵਾਨ ਯਾਤਰੀ ਇਸ ਪ੍ਰਕਾਰ ਯਾਤਰਾ ਵਿੱਚ, ਖਿਮਾ ਕਰਨਾ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਤੋ ਨੌਜਵਾਨ ਬੱਚੇ ਹੁੰਦੇ ਨੇ, ਜੋਸ਼ ਵਿੱਚ ਭਜਾਣੀਆਂ, ਹੋੜ ਲੱਗ ਜਾਣੀ, ਮੈਂ ਅੱਗੇ ਕੱਢਣੀ ਹੈ, ਮੈਂ ਅੱਗੇ ਕੱਢਣੀ ਹੈ। ਤੋ ਜੇ ਜਾਣਾ ਹੀ ਹੈ ਤਾਂ ਢੰਗ ਨਾਲ ਕਿਸੇ ਟ੍ਰੇਨ ਵਿੱਚ, ਕਿਸੇ ਪਲੇਨ ਵਿੱਚ, ਕਿਸੇ ਬੱਸ ਵਿੱਚ, ਤਾਂ ਕਿ ਜਾਨੀ ਨੁਕਸਾਨ ਕੌਮ ਦਾ ਨਾ ਹੋਵੇ। ਖੈਰ, ਸਾਰੀ ਬਾਣੀ ਵਿੱਚ ਇੱਕ ਗੱਲ ਤੇ ਜ਼ੋਰ ਦਿੱਤਾ ਗਿਆ ਵੀ ਪਰਮਾਤਮਾ ਵਿਆਪਕ ਹੈ, ਵਿਆਪਕ ਹੈ, ਵਿਆਪਕ ਹੈ, ਉਹਨੂੰ ਬਾਹਰ ਨਾ ਲੱਭ। ਭਗਤ ਰਾਮਾਨੰਦ ਜੀ ਕਹਿੰਦੇ ਨੇ, ਹੁਣ ਮੈਂ ਦੱਸੋ ਕਿੱਥੇ ਜਾਵਾਂ? ਤੁਸੀਂ ਮੈਨੂੰ ਕਹਿੰਦੇ ਹੋ ਚੱਲ ਤੈਨੂੰ ਵੀ ਫਲਾਣੇ ਥਾਂ ਲੈ ਚੱਲੀਏ, ਤੈਨੂੰ ਵੀ ਫਲਾਣੇ ਥਾਂ ਲੈ ਚੱਲੀਏ, ਦੱਸੋ ਮੈਂ ਜਾਵਾਂ ਕੀ ਕਰਨ? ਤੁਸੀਂ ਜਿਹਨੂੰ ਉੱਥੇ ਮਿਲਣ ਵਾਸਤੇ ਜਾਂਦੇ ਹੋ ਉਹ ਤੇ ਮੇਰੇ ਹਿਰਦੇ ਘਰ 'ਚ ਹੀ ਮੈਨੂੰ ਮਿਲ ਪਿਆ, ਹੁਣ ਮੈਨੂੰ ਜਾਣ ਦੀ ਕੀ ਜ਼ਰੂਰਤ ਹੈ? ਘਰ ਲਾਗੋ ਰੰਗ, ਹਿਰਦੇ ਘਰ 'ਚ ਹੀ ਮੌਜਾਂ ਲੱਗ ਗਈਆਂ ਨੇ, ਹੁਣ ਮੈਂ ਕਿੱਥੇ ਜਾਵਾਂ? ਕੱਤ ਜਾਈਏ ਰੇ ਹੇ ਭਾਈ, ਹੋਰ ਕਿੱਥੇ ਜਾਈਏ? ਹੁਣ ਹਿਰਦੇ ਘਰ ਵਿੱਚ ਹੀ ਮੌਜ ਬਣ ਗਈ ਹੈ। ਮੇਰਾ ਚਿੱਤ ਨਾ ਚੱਲੈ, ਮੇਰਾ ਚਿੱਤ ਹੁਣ, ਮੇਰਾ ਮਨ ਹੁਣ ਚੱਲਦਾ ਨਹੀਂਗਾ, ਮੇਰਾ ਮਨ ਹੁਣ ਡੋਲਦਾ ਨਹੀਂਗਾ। ਅੱਗੇ ਤੇ ਡੋਲਦਾ ਸੀ ਵੀ ਮੈਂ ਉੱਥੇ ਚਲਾ ਜਾ ਉੱਥੋਂ ਰੱਬ ਮਿਲ ਜਾਏਗਾ, ਉੱਥੇ ਚਲਾ ਜਾ ਉੱਥੋਂ ਮਿਲ ਜਾਏਗਾ, ਪਰ ਹੁਣ ਮੇਰਾ ਮਨ ਟਿਕ ਗਿਆ, ਹੁਣ ਮੇਰਾ ਚਿੱਤ ਟਿਕ ਗਿਆ। ਹੁਣ ਮੈਨੂੰ ਇਸ ਗੱਲ ਦਾ ਕੋਈ ਬਹੁਤ ਭਰਮ ਨਹੀਂਗਾ ਵੀ ਫਲਾਣੀ ਥਾਂ ਤੇ ਜਾਵਾਂਗਾ ਤੇ ਰੱਬ ਮਿਲੇਗਾ, ਤੇ ਜੇ ਮੈਂ ਇੱਥੇ ਬੈਠ ਕੇ ਇਬਾਦਤ ਕਰਾਂਗਾ ਤੇ ਮੈਨੂੰ ਨਹੀਂ ਮਿਲੇਗਾ। ਮੇਰਾ ਇਹ ਵਹਿਮ ਦੂਰ ਹੋ ਗਿਆ। ਹੁਣ ਮੇਰੀ ਅਵਸਥਾ ਬਣ ਗਈ ਹੈ ਸੰਤੋਹ ਮਨ ਪਵਨੈ ਸੁਖ ਬਣਿਆ। ਜਿਹੜਾ ਮੇਰਾ ਮਨ ਪਹਿਲਾਂ ਪਵਨ ਵਾਂਗੂ ਚੰਚਲ ਸੀ, ਹਵਾ ਵਾਂਗੂ ਇੱਧਰ ਉੱਧਰ ਭਟਕਦਾ ਰਹਿੰਦਾ ਸੀ, ਉਹ ਟਿਕ ਗਿਆ। ਸੰਤੋਹ ਮਨ ਪਵਨੈ ਸੁਖ ਬਣਿਆ। ਮੇਰਾ ਪੌਣ ਵਰਗਾ ਮਨ, ਹਵਾ ਵਰਗਾ ਚੰਚਲ ਮਨ, ਉਹ ਟਿਕ ਗਿਆ, ਲਿਹਾਜ਼ਾ ਮੈਂ ਸੁਖੀ ਹੋ ਗਿਆ। ਸਫ਼ਰ ਭਾਵੇਂ ਸਰੀਰ ਕਰੇ, ਯਾਤਰਾ ਭਾਵੇਂ ਸਰੀਰ ਕਰੇ, ਤੇ ਯਾਤਰਾ ਭਾਵੇਂ ਸਾਡੀ ਸੁਰਤ ਕਰੇ, ਮਨ ਕਰੇ, ਯਾਤਰਾ ਦੁਖਦਾਈ ਹੁੰਦੀ ਹੈ। ਅੱਧੀ ਮੌਤ ਮੁਸਾਫਰੀ, ਅੱਧੀ ਮੌਤ ਮੁਸਾਫਰੀ। ਪਲੇਨ ਨਾਲੋਂ ਤੇ ਸੌਖੀ ਕੋਈ ਯਾਤਰਾ ਨਹੀਂ ਨਾ। ਔਰ ਤੁਸੀਂ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਕਿਤਨੀ ਤਕਲੀਫ ਹੁੰਦੀ ਹੈ। ਪਹਿਲਾਂ ਘਰੋਂ ਤਿਆਰ ਹੋ ਕੇ ਏਅਰਪੋਰਟ ਤੇ ਜਾਓ, 2 3 4 ਘੰਟੇ ਪਹਿਲਾਂ ਜਾਣਾ ਹੈ, ਫਿਰ ਉਹਦੇ ਤੇ ਬੈਠੋ, ਫਿਰ ਉੱਥੇ ਸਟੇ ਹੈ, ਫਿਰ ਦੂਸਰੀ ਫਲਾਈਟ ਲਓ, ਅੱਗੇ ਲਓ, ਫਿਰ 8 10 ਘੰਟੇ ਸਫ਼ਰ ਕਰਕੇ ਅਗਾਂਹ ਘਰ ਜਾਓ, ਜਾਂ ਉੱਧਰੋਂ ਇੱਧਰ ਆਵੋ ਤਾਂ ਵੀ ਉਹੀ ਗੱਲ ਹੈ, ਉੱਧਰੋਂ ਇੱਧਰ ਜਾਓ। ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ, ਅੱਧੀ ਮੌਤ ਮੁਸਾਫਰੀ। ਸਫ਼ਰ, ਯਾਤਰਾ, ਮੁਸਾਫਰੀ ਤਨ ਕਰੇ ਤਾਂ ਵੀ ਦੁੱਖ ਹੈ, ਮਨ ਕਰੇ ਤਾਂ ਵੀ ਦੁੱਖ ਹੈ। ਜਦੋਂ ਮਨ ਭਟਕਦਾ ਤਾਂ ਵੀ ਤਕਲੀਫ ਹੁੰਦੀ ਹੈ। ਮਨ ਟਿਕ ਜਾਏ ਤੇ ਸੁੱਖ ਪ੍ਰਾਪਤ ਹੁੰਦਾ ਹੈ।
ਇਸ ਲਈ ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਪਹਿਲਾਂ ਤੇ ਰੱਬ ਨੂੰ ਮਿਲਣ ਦੀਆਂ ਗੱਲਾਂ ਹੀ ਸਨ, ਪਰ ਹੁਣ ਸੱਚੀ ਮੁੱਚੀ ਕੁਝ ਰੱਬ ਨੂੰ ਮਿਲਣ ਵਾਲੀ ਗੱਲ ਬਣਦੀ ਭਾਸਦੀ ਹੈ। ਜੋਗ ਦੇ ਅਰਥ ਹੁੰਦੇ ਨੇ ਜੁੜਨਾ। ਹੁਣ ਰੱਬ ਨਾਲ ਜੁੜਨਾ, ਰੱਬ ਨੂੰ ਮਿਲਣ ਦੀ ਕੋਈ ਗੱਲ ਬਣਦੀ ਦਿਸਦੀ ਹੈ, ਪਹਿਲਾਂ ਕੁਝ ਨਹੀਂ ਸੀ, ਉਹ ਤੇ ਖਾਲੀ ਗੱਲਾਂ ਸਨ। ਕਿਛ ਜੋਗ ਪ੍ਰਾਪਤ ਗਣਿਆ, ਕਹਿਣ ਲੱਗੇ ਵੀ ਬਣਿਆ ਕਿਸ ਤਰ੍ਹਾਂ, ਗੱਲ ਕਿਵੇਂ ਬਣੀ, ਮੇਰਾ ਚਿੱਤ ਨਾ ਚੱਲੈ। ਸੰਤੋ ਮਨ ਪਵਨੈ ਸੁਖ ਬਣਿਆ, ਇਹਦਾ ਕੀ ਮੈਥਡ ਹੈ? ਕਹਿਣ ਲੱਗੇ ਗੁਰ ਦਿਖਲਾਈ ਮੋਰੀ। ਸਾਨੂੰ ਸਾਡੀ ਕੋਈ ਕਮਜ਼ੋਰੀ ਦੱਸੇ ਅਸੀਂ ਗੁੱਸਾ ਕਰ ਜਾਂਦੇ ਹਾਂ। ਕਈ ਵਾਰ ਦੱਸਣ ਵਾਲੇ ਦਾ ਢੰਗ ਵੀ ਗਲਤ ਹੁੰਦਾ ਹੈ, ਦੱਸਣ ਦਾ ਤਰੀਕਾ ਥੋੜ੍ਹਾ ਠੀਕ ਹੋਣਾ ਚਾਹੀਦਾ। ਉਹਦਾ ਜਿਹੜਾ ਵੀ ਸਕਿੱਲ ਹੈ ਉਹਦਾ ਜ਼ਿਕਰ ਕਰੋ, ਤੁਸੀਂ ਬਹੁਤ ਅੱਛਾ ਸਕਿੱਲ ਸਿੱਖਿਆ ਹੈ, ਉਹਦੀਆਂ 2 4 5 ਚੰਗਿਆਈਆਂ ਦਾ ਮੈਂਸ਼ਨ ਕਰ ਦਿਓ। ਤੇ ਫਿਰ ਪੋਲਾ ਜਿਹਾ ਇਹ ਵੀ ਕਹਿ ਦਿਓ ਵੀ 1 2 ਗੱਲਾਂ ਜੇ ਤੁਸੀਂ ਦਰੁਸਤ ਕਰ ਲਓ ਤੇ ਤੁਹਾਡੀ ਪਰਫਾਰਮੈਂਸ ਹੋਰ ਵੀ ਬੈਟਰ ਹੋ ਸਕਦੀ ਹੈ। ਤਰੀਕਾ ਹੈ ਨਾ ਉਹਦਾ, ਜੇ ਤਰੀਕਾ ਨਾ ਹੋਵੇ ਤੇ ਫਿਰ ਬਾਤ ਨਹੀਂ ਬਣਦੀ। ਸਾਨੂੰ ਸਾਡੀ ਕੋਈ ਕਮਜ਼ੋਰੀ ਦੱਸੇ, ਹੋ ਸਕਦਾ ਉਹਦਾ ਦੱਸਣ ਦਾ ਤਰੀਕਾ ਗਲਤ ਹੋਵੇ, ਅਸੀਂ ਗੁੱਸਾ ਕਰਨੇ ਆ। ਕੋਈ ਤਾਰੀਫ ਕਰੇ ਅਸੀਂ ਖੁਸ਼ ਹੁੰਨੇ ਆ, ਪਰ ਅਸਲ ਵਿੱਚ ਜਿਹੜਾ ਸਾਡੀ ਕਮਜ਼ੋਰੀ ਦੱਸਦਾ ਉਹ ਸਾਡਾ ਅਸਲ ਮਿੱਤਰ ਹੈ। ਹਾਂ, ਹੌਸਲਾ ਅਫਜ਼ਾਈ ਵੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇ ਕੰਮ ਦੀ ਤਾਰੀਫ ਕਰਦੇ ਹੋ, ਉਹਦੇ ਨਾਲ ਵੀ ਆਕਸੀਜਨ ਮਿਲਦੀ ਹੈ, ਡੋਜ਼ ਮਿਲਦੀ ਹੈ, ਐਨਰਜੀ ਮਿਲਦੀ ਹੈ। ਪ੍ਰੇਮੀਓ, ਮੈਨੂੰ ਗੁਰੂ ਨੇ ਮੇਰੀਆਂ ਕਮਜ਼ੋਰੀਆਂ ਦੱਸ ਦਿੱਤੀਆਂ। ਮੋਰੀ ਕਮਜ਼ੋਰੀ ਸਾਡੀ ਕੀ ਹੈ? ਕਮਜ਼ੋਰੀਆਂ ਸਭ ਅਸੀਂ ਇੰਦਰੀਆਂ ਰਾਹੀਂ ਕਰਨੇ ਆ, ਗਿਆਨ ਇੰਦਰੀ। ਫਾਰ ਐਗਜ਼ਾਮਪਲ, ਨਿੰਦਾ ਸੁਣੀ ਜਾਣੀ, ਬੜਾ ਰਸ ਲੈਣਾ। ਕੰਨਾਂ ਦਾ ਦੁਰਉਪਯੋਗ ਹੈ ਨਿੰਦਾ ਸੁਣਨ ਵਿੱਚ ਵਕਤ ਜ਼ਾਇਆ ਕਰਨਾ। ਇਹ ਮਨੁੱਖ ਦੀ ਕੀ ਹੈ? ਕਮਜ਼ੋਰੀ ਹੈ। ਪੈਰਾਂ ਨਾਲ ਚੱਲ ਕੇ ਕਿਸੇ ਗਲਤ ਸਥਾਨ ਤੇ ਭਾਵ ਕੁਸੰਗਤ ਵਿੱਚ ਜਾਣਾ, ਇਹ ਪੈਰਾਂ ਦੀ ਕਮਜ਼ੋਰੀ ਹੈ। ਔਰ ਇਸੇ ਪ੍ਰਕਾਰ ਬਾਕੀ ਕਰਮ ਇੰਦਰੀ ਤੇ ਬਾਕੀ ਗਿਆਨ ਇੰਦਰੀਆਂ ਦਾ ਜਿਹੜਾ ਦੁਰਉਪਯੋਗ ਹੈ ਉਹ ਸਾਡੀ ਕੀ ਹੈ ਪ੍ਰੇਮੀਓ? ਕਮਜ਼ੋਰੀ ਹੈ। ਜਿੱਥੇ ਜਿੱਥੇ ਮੈਂ ਆਪਣੇ ਕਰਮ ਇੰਦਰੀ ਗਿਆਨ ਇੰਦਰੀਆਂ ਦਾ ਦੁਰਉਪਯੋਗ ਕਰਦਾ ਸਾਂ, ਮੇਰੇ ਗੁਰੂ ਨੇ ਉਹ ਸਾਰੀਆਂ ਕਮਜ਼ੋਰੀਆਂ ਮੈਨੂੰ ਵਿਖਾ ਦਿੱਤੀਆਂ। ਮੈਂ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ, ਕੰਨਾਂ ਤੋਂ ਨਿੰਦਾ ਸੁਣਨੀ ਬੰਦ ਕਰ ਦਿੱਤੀ। ਇਸੇ ਪ੍ਰਕਾਰ ਬਾਕੀ ਇੰਦਰੀ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਜਿਸ ਤਰ੍ਹਾਂ ਸਾਧ ਸੰਗਤ ਫਸਲ ਵਿੱਚ ਹਿਰਨ ਪੈਂਦੇ, ਮਿਰਗ ਪੈਂਦੇ, ਚੋਰੀ ਚੋਰੀ ਫਸਲ ਖਾ ਕੇ ਚਲੇ ਜਾਂਦੇ, ਇਸ ਤਰ੍ਹਾਂ ਸਾਡੇ ਅੰਦਰ ਜਿਹੜੀ ਦੈਵੀ ਗੁਣਾਂ ਦੀ ਖੇਤੀ ਹੈ, ਸਤ ਸੰਤੋਖ ਦਇਆ ਧਰਮ ਧੀਰਜ ਦੀ ਖੇਤੀ ਹੈ, ਉਹਨੂੰ ਵਕਾਰ ਰੂਪੀ ਹਿਰਨ ਚੁਗ ਜਾਂਦੇ ਨੇ। ਇਹ ਜਿਹੜੇ ਮਿਰਗ ਚੁਗਦੇ ਸਨ ਵਕਾਰ ਰੂਪੀ, ਗੁਰੂ ਨੇ ਮੈਨੂੰ ਉਹ ਦੱਸ ਦਿੱਤਾ। ਮੈਂ ਦਰਵਾਜ਼ੇ ਬੰਦ ਕਰ ਲਏ। ਇਹਨੂੰ ਉਹ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ। ਮੂੰਦ ਲੀਏ ਹਿੰਦੀ 'ਚ ਕਹਿੰਦੇ ਨੇ ਬੰਦ ਕਰ ਲੈਣੇ। ਜਿਵੇਂ ਹੀ ਮੈਂ ਦਰਵਾਜ਼ੇ ਬੰਦ ਕੀਤੇ, ਬਾਜੀ ਵਾਲੇ ਅਨਹਦ ਬਾਜੇ। ਅੰਦਰ ਇੱਕ ਆਨੰਦਮਈ ਸਾਜ਼ ਵੱਜਣਾ ਸ਼ੁਰੂ ਹੋ ਗਿਆ। ਕੁੰਭ ਕਮਲ ਜਲ ਭਰਿਆ। ਕੁੰਭ ਘੜਾ, ਜਲ ਵਕਾਰਾਂ ਰੂਪੀ ਪਾਣੀ ਦਾ ਘੜਾ, ਦੁਰਮਤ ਰੂਪੀ ਵਕਾਰਾਂ ਦਾ ਘੜਾ ਭਰਿਆ ਰਹਿੰਦਾ ਸੀ। ਕਦੀ ਮੈਂ ਊਣਾ ਨਹੀਂ ਸੀ ਹੋਣ ਦਿੱਤਾ, ਉਹਨੂੰ ਨੱਕੋ ਨੱਕ ਭਰ ਕੇ ਰੱਖਦਾ ਹੁੰਦਾ ਸੀ। ਜਿੱਦਣ ਗੁਰੂ ਨੇ ਸੋਝੀ ਦਿੱਤੀ, ਮੈਂ ਉਹਨੂੰ ਚੁੱਕ ਕੇ ਗਲੀ 'ਚ ਮਾਰਿਆ, ਸਾਰਾ ਡੋਲ ਦਿੱਤਾ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ, ਸਾਰਾ ਡੋਲ ਦਿੱਤਾ। ਔਰ ਫਿਰ ਉਲਟਾ ਰੱਖ ਦਿੱਤਾ ਤਾਂ ਕਿ ਇਹਦੇ ਵਿੱਚ ਕੋਈ ਵੀ ਜਾਂਦਾ ਜਾਂਦਾ ਨਾ ਪਾ ਜਾਏ। ਊਭਾ ਕਰਿਆ, ਉੱਚਾ ਰੱਖ ਦਿੱਤਾ, ਪੁੱਠਾ ਕਰਕੇ ਰੱਖ ਦਿੱਤਾ।
ਭਗਤ ਰਾਮਾਨੰਦ ਜੀ ਮਹਾਰਾਜ ਕਹਿੰਦੇ ਵੀ ਲੋਕ ਕਹਿੰਦੇ ਨੇ ਚੱਲ ਤੈਨੂੰ ਵੀ ਉੱਥੇ ਗੰਗਾ ਤੇ ਇਸ਼ਨਾਨ ਕਰਾ ਲਿਆਵੀਏ, ਚੱਲ ਤੈਨੂੰ ਵੀ ਉੱਥੇ ਸ਼ਿਵ ਜੀ ਦੇ ਮੰਦਿਰ 'ਚ ਲੈ ਚੱਲੀਏ, ਚੱਲ ਤੈਨੂੰ ਉੱਥੇ ਦੂਸਰੇ ਹਨੂਮਾਨ ਦੇ ਮੰਦਿਰ 'ਚ ਲੈ ਚੱਲੀਏ। ਮੈਂ ਲੋਕਾਂ ਨੂੰ ਕਹਿਣਾ ਵੀ ਮੈਂ ਹੁਣ ਕਿੱਥੇ ਜਾਵਾਂ, ਮੇਰੀ ਤੇ ਹਿਰਦੇ ਰੂਪੀ ਘਰ 'ਚ ਹੀ ਗੱਲ ਬਣ ਗਈ, ਮੈਨੂੰ ਭਟਕਾਉਂਦੇ ਕਿਉਂ ਜੇ? ਜੋ ਕੁਝ ਤੁਸੀਂ ਉੱਥੇ ਪ੍ਰਾਪਤ ਕਰਨ ਲਈ ਜਾਂਦੇ ਹੋ ਔਰ ਪ੍ਰਾਪਤ ਵੀ ਨਹੀਂ ਹੁੰਦਾ, ਮੈਨੂੰ ਬਿਨਾਂ ਜਾਇਆ ਘਰ ਬੈਠੇ ਹੀ ਪ੍ਰਾਪਤ ਹੋ ਗਿਆ, ਹੁਣ ਮੈਨੂੰ ਕਿਉਂ ਤਰੀਕਦੇ ਹੋ? ਸਿੱਖੀਜ਼ਮ ਨੇ ਇਸ ਗੱਲ ਤੇ ਕੌਮ ਦੇ ਵਾਰਸੋ ਬੜਾ ਜ਼ੋਰ ਦਿੱਤਾ ਹੈ ਕਿ ਉਹਨੂੰ ਪ੍ਰਾਪਤ ਕਰਨ ਲਈ ਭਟਕਣ ਦੀ ਜ਼ਰੂਰਤ ਬਿਲਕੁਲ ਨਹੀਂ ਹੈ। ਕਾਹੇ ਰੇ ਬਨ ਖੋਜਣ ਜਾਈ, ਇਹ ਬਨ ਸ਼ਬਦ ਹੈ ਜਿਹੜਾ ਆਇਆ ਹੈ ਤੇ ਮੈਂ ਬੇਨਤੀ ਕਰਦਿਆਂ ਵਨ ਵੀ ਕਹਿੰਦੇ। ਜੰਗਲ ਵਿੱਚ ਤੇ ਵਨ 'ਚ ਇੱਕ ਫਰਕ ਹੁੰਦਾ ਪ੍ਰੇਮੀਓ, ਜੰਗਲ ਨੈਚੁਰਲ ਹੁੰਦਾ ਹੈ। ਤੁਸੀਂ ਇਨਸਾਈਕਲੋਪੀਡੀਆ ਦੇਖੋ ਨਾ ਵੀ ਜੰਗਲ ਵਿੱਚ ਤੇ ਵਨ ਵਿੱਚ ਕੀ ਫਰਕ ਹੈ। ਵਨ ਜਿਹੜਾ ਕ੍ਰੀਏਟ ਕੀਤਾ ਜਾਂਦਾ ਹੈ ਐਨਵਾਇਰਨਮੈਂਟ ਨੂੰ ਠੀਕ ਕਰਨ ਵਾਸਤੇ, ਚਲੋ ਵੀ ਆ 500 ਏਕੜ ਜ਼ਮੀਨ ਹੈ, 2000 ਏਕੜ ਜ਼ਮੀਨ ਹੈ, ਇਹਦੇ 'ਚ ਟਰੀਜ਼ ਲਗਾ ਦਿਓ, ਇਹ ਇੱਦਾਂ ਕਰ ਦਿਓ, ਉਹ ਵਨ ਹੈ। ਔਰ ਜੋ ਨੈਚੁਰਲ ਹੈ ਉਹ ਕੀ ਹੈ? ਉਹ ਜੰਗਲ। ਜਿਹੜਾ ਨੈਚੁਰਲ ਹੈ ਉਹ ਦਰਿਆ ਹੈ, ਜਿਹੜਾ ਅਸੀਂ ਬੰਨ੍ਹ ਕੇ ਲਿਆਂਦਾ ਉਹ ਨਹਿਰ ਹੈ। ਨਹਿਰ, ਦਰਿਆ, ਵਨ, ਜੰਗਲ, ਥੋੜਾ ਥੋੜਾ ਡਿਫਰੈਂਸ ਹੈ। ਔਰ ਫਿਰ ਕਿਸੇ ਵਸੋਂ ਵਾਲੇ ਇਲਾਕੇ 'ਚ ਥੋੜਾ ਘਾਹ ਘੂ ਲਾ ਲਿਆ, ਪੇੜ ਲਾ ਲਏ ਨੇ, ਉਹ ਫਿਰ ਉਦਾਨ ਹੈ, ਉਹ ਪਾਰਕ ਹੈ, ਉਹ ਵਨ ਵੀ ਨਹੀਂ ਹੈ, ਕਿਉਂਕਿ ਵਨ ਵਿੱਚ ਜੀਵ ਹੋਣੇ ਜ਼ਰੂਰੀ ਨੇ, ਇੱਥੇ ਤੇ ਜੀਵ ਨਹੀਂ ਹੋ ਸਕਦੇ ਨਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਬਈ ਉਹਨੂੰ ਵਨ ਵਿੱਚ ਲੱਭਣ ਵਾਸਤੇ ਕਿਉਂ ਜਾਂਦੇ ਹੋ? ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਹੁਣ ਮੇਰਾ ਮਨ ਜਿਹੜਾ ਹੈ ਉਹ ਪਿੰਗਲਾ ਹੋ ਗਿਆ, ਡੋਲਦਾ ਨਹੀਂਗਾ, ਉਹ ਟਿਕ ਗਿਆ, ਥਿਰ ਹੋ ਗਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ। ਸਰਬ ਨਿਵਾਸੀ ਸਾਰੀਆਂ ਜਗ੍ਹਾ ਤੇ ਉਹਦਾ ਵਾਸ ਹੈ, ਸਦਾ ਅਲੇਪਾ, ਔਰ ਫਿਰ ਸਾਰਿਆਂ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ। ਤੁਹਾਡੇ ਵਿੱਚ ਵੀ ਚੌਂਕੜਾ ਮਾਰ ਕੇ ਬੈਠਾ ਹੈ, ਮੇਰੇ ਵਿੱਚ ਵੀ ਚੌਂਕੜਾ ਮਾਰ ਕੇ ਬੈਠਾ ਹੈ, ਪਰ ਕਮਾਲ ਦੀ ਗੱਲ ਹੈ ਉਹ ਨਿਰਲੇਪ ਹੈ। ਜਦੋਂ ਸਾਡੇ ਅੰਦਰ ਲੋਭ ਕਰਵਟ ਲੈਂਦਾ ਉਹ ਲੋਭੀ ਨਹੀਂ ਹੁੰਦਾ। ਜਦੋਂ ਸਾਨੂੰ ਕ੍ਰੋਧ ਆਉਂਦਾ ਸਾਡੇ ਵਿੱਚ ਹੀ ਬੈਠਾ ਹੈ, ਪਰ ਉਹਨੂੰ ਕ੍ਰੋਧ ਨਹੀਂ ਆਉਂਦਾ। ਜਦੋਂ ਸਾਡੇ ਵਿੱਚ ਹੋਰ ਬਾਕੀ ਵਕਾਰ ਆਉਂਦੇ ਨੇ ਉਹ ਸਾਡੇ ਵਿੱਚ ਹੀ ਬੈਠਾ ਹੈ, ਪਰ ਉਹ ਲਿਪਤ ਨਹੀਂ ਹੁੰਦਾ, ਉਹ ਨਿਰਲੇਪ ਰਹਿੰਦਾ। ਅੱਛਾ, ਪੋਸੀਬਲ ਕਿਸ ਤਰ੍ਹਾਂ? ਤਾਂ ਗੁਰਬਾਣੀ ਵਿੱਚ ਇਹਦੀ ਪ੍ਰਥਾ ਵੀ ਇੱਕ ਐਗਜ਼ਾਮਪਲ ਹੈ। ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਨ ਮੈਂ ਬਦਨ ਪ੍ਰਵਾਨੀ। ਕਹਿੰਦੇ ਸੁਣੋ ਨਿਰਲੇਪ ਕਿਸ ਤਰ੍ਹਾਂ ਪੋਸੀਬਲ ਹੈ। ਮੇਰਾ ਰਾਮ ਰਾਏ ਅੰਦਰ ਦੀਆਂ ਜਾਣਨ ਵਾਲਾ ਕੁਝ ਇਸ ਤਰ੍ਹਾਂ ਦਾ ਹੈ। ਜੀ ਕਿਸ ਤਰ੍ਹਾਂ ਦਾ ਹੈ? ਕਹਿ ਲਗੇ ਜੈਸੇ ਦਰਪਨ ਮੈਂ ਬਦਨ ਪ੍ਰਵਾਨੀ, ਜਿਸ ਤਰ੍ਹਾਂ ਸ਼ੀਸ਼ੇ ਵਿੱਚ ਤੁਹਾਡਾ ਪ੍ਰਤੀਬਿੰਬ ਪਹੁੰਚ ਜਾਂਦਾ ਹੈ, ਪਰ ਸ਼ੀਸ਼ਾ ਤੁਹਾਡੇ ਮੂੰਹ ਤੱਕ ਨਹੀਂ ਪਹੁੰਚਦਾ। ਅੱਛਾ ਹੋਰ ਸੁਣੋ, ਪਾਣੀ ਮਾਹੇ ਦੇਖ ਮੁਖ ਜੈਸਾ। ਕਿਸੇ ਬਰਤਨ 'ਚ ਪਾਣੀ ਪਾ ਲਓ, ਜਾਂ ਕੋਈ ਲੇਕ ਹੈ, ਕੋਈ ਸਰੋਵਰ ਹੈ, ਕੋਈ ਛੱਪੜ ਹੈ, ਰੁਕਿਆ ਹੋਇਆ ਪਾਣੀ ਹੈ, ਨਿਤਰਿਆ ਹੋਇਆ ਪਾਣੀ ਹੈ, ਟਿਕਿਆ ਹੋਇਆ ਪਾਣੀ ਹੈ, ਤੁਸੀਂ ਥੋੜਾ ਜਿਹਾ ਝੁਕੋ, ਤੁਹਾਡਾ ਚਿਹਰਾ ਉੱਥੇ ਚਲਾ ਜਾਏਗਾ, ਪਾਣੀ 'ਚ ਦਿਸੇਗਾ। ਪਰ ਤੁਸੀਂ ਮੱਥੇ ਤੇ ਹੱਥ ਲਾ ਕੇ ਵੇਖੋ ਵੀ ਪਾਣੀ ਤੇ ਮੇਰੇ ਤੱਕ ਨਹੀਂ ਆ ਗਿਆ, ਤਾਂ ਪਾਣੀ ਦੀ ਪਹੁੰਚ ਉੱਥੋਂ ਤੱਕ ਨਹੀਂ ਹੋਈ, ਤੁਹਾਡਾ ਚਿਹਰਾ ਉੱਥੇ ਚਲਾ ਗਿਆ ਹੈ, ਉਹ ਉੱਥੇ ਨਹੀਂ ਆਇਆ। ਜਿਸ ਤਰ੍ਹਾਂ ਇਹ ਪੋਸੀਬਲ ਹੈ ਉਸ ਤਰ੍ਹਾਂ ਉਹ ਵੀ ਪੋਸੀਬਲ ਹੈ। पानी माहे देख मुख जैसा, नामे को स्वामी बीठल ऐसा। काहे रे बन खोजन जाई, सर्ब निवासी सदा अलेपा, तो ही संग समाई। सर्ब निवासी है और निर्लेप है, तेरे नाल ही रहिंदा। महाराज मैनू दिसदा क्यों नहीं? हजूर कहते ने पोहप मद ज्यों बास बसता है। संगत जी बास के अर्थ ने वाशना, खुशबू, ते पोप मैंने फुल।
फुल विच खुशबू हुंदी है पर दिसदी नहीं। नक महसूस कर सकदा है पर अखां खुशबू नूं देख नहीं सकदियां। मुकर मैं जैसे शाही, जिस तरह शीशा वेखण वाले विच उहदा प्रतिबिंब दिसदा है। होर सौखी जी बेनती करां गल समझण लई, असीं सारे ग्रैविटी नाल सहमत हाँ। ग्रैविटी गुरुत्वा पूरे ग्लोबल ते नियम काम करदा है भी तुसीं गेंद नूं ऊपर उछालो वो गेंद थल्ले आवेगी। पढ़े लिखे लोग कहंदे ने ग्रैविटी खिंच लैंदी उहनूं अपने नाल। ग्रैविटी, अच्छा ग्रैविटी नूं ना तो असीं सुंघ सकने आ, ना असीं सुण सकने आ, ना असीं देख सकने आ, ना असीं छू सकने आ, पर ग्रैविटी है। इनकार नहीं ग्रैविटी तो। निरंकार तो क्यों इनकार है जी? असीं नहीं मनदे, सानूं दिसदा नहीं। ग्रैविटी भी नहीं दिसदी, उहनूं भी ना मन। बहुत सारिया चीज़ां ने जिहड़ियां दिसदियां नहीं पर वो हैन, और बहुत सारिया चीज़ां ने जिहड़ियां दिसदियां ने पर वो है नहीं। ये भी मैं अर्ज कर दिया। हरचंदौरी की है, एनसाइक्लोपीडिया देखो। हरचंदौरी का मतलब है भी जो है भी नहीं और दिस रही है। ये दो जगह ने जिन्हां दा जिक्र है हरचंदौरी बारे। एक समुंदर च है, एक भारत दे विच हरियाणे का एक शहर है हिसार। तुसीं मई के महीने जाओ, यकीन करो मई का महीना है, बदलवाई ना होवे, शिखर दोपहर लगी होवे, तुसीं मोटर चला रहे हो रोड ते, बिल्कुल रोड के उत्ते सामने तुहानूं लगेगा भी बड़ी आलीशान इमारत उत्तों तक बनी हुई है। तुसीं एकदम ठठंबर जाओगे भी है सड़क के उत्ते इमारत किवें आ गई, पर जिवें तुसीं नेड़े जाओगे तुसीं आखोगे है हद हो गई है, तो कुछ भी नहीं। इसे प्रकार एक सागर विच भी जगह है। इन्हां दूहां दा जिक्र महान कोश विच भाई साहब भाई कान सिंह जी नाभा साहब ने भी किया है। जो है वो दिसदा नहीं, और जो दिसदा है वो है नहीं। अखां दा भुलेखा, मिसअंडरस्टैंडिंग, परम खैर। ओहप मद ज्यों बास बसत है, मुकर में जैसे शाही, तैसे ही हर बसै निरंतर, घाटी ही खोजो पाई। हिरदे विच ही उहनूं लभो, बाहर कादे लई लभदे हो? कत जाइए रे घर लागो रंग, मेरा चित ना चलै मन भयो पंग। मेरा चित हुण इधर उधर नहीं भटकदा, हुण टिक गया है, हुण मैं किते नहीं जाना। एक दिवस मन भई उमंग, कस चंदन चोआ बहु सुगंध। जदों मेरी बात नहीं सी बनी, एक दिन मेरे मन विच भी उत्साह पैदा होया, तांग पैदा हुई भी मैनू भी पूजा करन किते जाना चाहिए। मेरे मन विच भी उमंग पैदा हुई, तांग खाश पैदा हुई। मैं की कीता, घस चंदन घसा के, चंदन चोआ अतर, ये सारिया सुगंधियां मैं ले लिया। चंदन भी ले लिया, इतर फुलेल भी ले ले, अगरबत्ती भी ले ली, इत्यादि। पूजा करांगा। हुण पूजा स्थानां ते यही हुंदा है आमूमन। एक दिवस मन भई उमंग, एक दिन मेरे मन विच भी उत्साह पैदा होया। घस चंदन चोआ, मैं भी सारिया ये सुगंधित वस्तुआं चोआ चंदन इतर इत्यादि ले लईआं। बहु सुगंध पूजन चाली ब्रह्म ठाई, मैं भी उत्थे पूजा करने वास्ते जान लगी जिहड़ी जगह प्रभु की पूजा वास्ते निश्चित की गई है। मैं मंदिर विच पूजा करने लई तुर पई, पर हुण तां मैनूं वो परमात्मा जिसनूं मैं मंदिर विच रहिंदा समझदी सी, मेरे गुरु ने मेरे मन विच ही वास्ता विखा दिता। सो ब्रह्म दिखायो गुर, गुरु ने मन ही माही। मेरी सुरत विच, मेरे ध्यान विच, मेरे मन विच ही उन्हें गुरु ने मैनू वो दिखा दिता जिन्हों लोग मंदिर विच वेखण वास्ते जाते सन। तो मैसेज तो इतना ही है भी
ਸਹੀ ਜਗ੍ਹਾ ਤੇ ਖੋਜ ਕਰ। ਦੇਖੋ ਗੁਰਮੁਖੋ, ਕੋਈ ਵਸਤੂ ਸਾਨੂੰ ਲੱਭੇ ਨਾ, ਅਸੀਂ ਪ੍ਰਾਪਤ ਕਰਨੀ ਹੋਵੇ ਤੇ ਜਿੱਥੇ ਉਹਦੇ ਲੱਭਣ ਦੀ ਸੰਭਾਵਨਾ ਉੱਥੇ ਹੀ ਲੱਭਣੀ ਚਾਹੀਦੀ ਹੈ। ਜਿਹੜੀ ਵਸਤੂ ਜਿੱਥੇ ਹੈ, ਜਿੱਥੇ ਉਹਦੀ ਜ਼ਿਆਦੀ ਮਿਕਦਾਰ ਹੈ, ਉੱਥੋਂ ਲੱਭੀਏ ਤੇ ਆਸਾਨੀ ਨਾਲ ਮਿਲ ਜਾਂਦੀ ਹੈ। ਹੁਣ ਤੈਨੂੰ ਆਪੇ ਦੀ ਖੋਜ ਕਰਨੀ ਪਏ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਬ੍ਰਹਿਮੰਡ ਖੋਜਣਾ ਔਖਾ ਹੈ, ਸਰੀਰ ਖੋਜਣਾ ਉਦੋਂ ਸੌਖਾ ਹੈ, ਕਿਉਂਕਿ ਇਹਦਾ ਆਕਾਰ ਛੋਟਾ ਹੈ। ਤੇਰਾ ਕੰਮ ਕਿਤਨਾ ਆਸਾਨ ਕਰ ਦਿੱਤਾ। ਤੈਨੂੰ ਕਿਤੇ ਟਰੈਵਲ ਕਰਕੇ ਵੀ ਨਹੀਂ ਜਾਣਾ ਪੈਣਾ, ਬਸ ਥੋੜਾ ਜਿਹਾ ਗਰਦਨ ਅੰਦਰ ਨੂੰ ਕੀਤੀ, ਅੰਦਰਮੁਖੀ ਹੋਏ ਤੇ ਖੋਜਣਾ ਸ਼ੁਰੂ। ਕੀ ਖੋਜਣਾ ਹੈ? ਅੰਦਰ ਫੁਰਨੇ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਰੋਕਣਾ, ਅੰਦਰ ਜਿਹੜੇ ਵਕਾਰ ਚੱਲ ਰਹੇ ਨੇ ਉਹਨਾਂ ਨੂੰ ਰੋਕਣਾ। ਨਿਰਵਿਚਾਰ ਹੋ ਕੇ ਫਿਰ ਰਸਨਾ ਨਾਲ ਪਿਆਰ ਨਾਲ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ। ਦੂਸਰਾ ਨਜ਼ਰੀਆ ਬਦਲਣਾ ਹੈ। ਨਜ਼ਰੀਆ ਗੁਰੂ ਕੀ ਕਰਦਾ ਹੈ? ਗੁਰੂ ਸਿੱਖ ਦਾ ਨਜ਼ਰੀਆ ਬਦਲ ਦਿੰਦਾ ਹੈ। ਗੁਰੂ ਦੱਸ ਦਿੰਦਾ ਵੀ ਉਹਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਨਿਰਗੁਣ ਵਿੱਚ ਉਹਦਾ ਕੋਈ ਸਰੂਪ ਨਹੀਂ, ਕੋਈ ਆਕਾਰ ਨਹੀਂ, ਕੋਈ ਰੰਗ ਨਹੀਂ, ਕੋਈ ਚੱਕਰ ਨਹੀਂ, ਕੋਈ ਚੇਨ ਨਹੀਂ। ਔਰ ਸਰਗੁਣ ਸਰੂਪ ਵਿੱਚ ਉਹਦਾ ਸਭ ਕੁਝ ਹੈ, ਔਰ ਉਹ ਸਰਗੁਣ ਸਰੂਪ ਤਮਾਮ ਤੇਰੇ ਸਾਹਮਣੇ ਬੈਠਾ ਹੋਇਆ, ਵਿਚਰ ਰਿਹਾ। ਇਹਦੇ ਵਿੱਚੋਂ ਨਿਰੰਕਾਰ ਦੇ ਦੀਦਾਰ ਕਰ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰੇ ਅੰਤ ਨੂੰ ਪੂਰਨ ਤੌਰ ਤੇ ਨਹੀਂ ਲਖਿਆ ਜਾ ਸਕਦਾ, ਨਹੀਂ ਵੇਖਿਆ ਜਾ ਸਕਦਾ। ਕੁਦਰਤ ਕਰਕੇ ਵਸਿਆ ਸੋਏ, ਉਹ ਕੁਦਰਤ ਵਿੱਚ ਹੀ ਵਸਿਆ ਹੋਇਆ ਹੈ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਪਰਮਾਤਮਾ ਆਪਣੀ ਖਲਕਤ ਵਿੱਚ ਹੈ, ਖਲਕਤ ਪਰਮਾਤਮਾ ਵਿੱਚ ਵਸ ਰਹੀ ਹੈ। ਲਿਹਾਜ਼ਾ ਮੰਦਾ ਕਿਸ ਨੂੰ ਕਿਹਾ ਜਾ ਸਕਦਾ? ਕਿਸੇ ਨੂੰ ਵੀ ਨਹੀਂ ਕਿਹਾ ਜਾ ਸਕਦਾ। ਸਾਰੇ ਉਸੇ ਦਾ ਰੂਪ ਨੇ। ਨਾ ਕੋਈ ਮੂਰਖ, ਨਾ ਕੋਈ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਔਰ ਮੈਂ ਤੇ ਇੱਕ ਦਿਨ ਬੇਨਤੀ ਕੀਤੀ ਸੀ ਆਪ ਜੀ ਤੋਂ ਆਗਿਆ ਲੈ ਕੇ, ਸਿਆਣੇ ਦੀ ਕਦਰ ਤਾਂ ਹੈ ਵੀ ਲੋਕ ਕਮਲੇ ਨੇ। ਜੇ ਸਾਰੇ ਸਿਆਣੇ ਹੁੰਦੇ ਤੇ ਫਿਰ ਸਿਆਣਿਆਂ ਦੀ ਵੀ ਕਾਹਦੀ ਕਦਰ ਸੀ। ਸਿਆਣੇ ਬੰਦੇ ਨੂੰ ਵੀ ਕਮਲੇ ਦਾ ਧੰਨਵਾਦ ਕਰਨਾ ਚਾਹੀਦਾ। ਭਰਾਵਾ ਤੇਰੇ ਨਾਲ ਮੈਨੂੰ ਕੰਪੇਅਰ ਕਰਕੇ ਲੋਕੀ ਵਡਿਆਈ ਕਰਦੇ ਨੇ, ਤੇ ਜੇ ਕਮਲੇ ਹੀ ਨਾ ਹੁੰਦੇ ਤੇ ਸਿਆਣਿਆਂ ਨੂੰ ਕੌਣ ਪੁੱਛਦਾ। ਪ੍ਰੇਮੀਓ, ਟਾਵੇਂ ਟਾਵੇਂ ਲੋਕ ਪੜ੍ਹੇ ਹੁੰਦੇ ਆ। ਮੈਂ ਬਚਪਨ 'ਚ ਵੇਖਿਆ ਚਿੱਠੀ ਵੀ ਨਹੀਂ ਸੀ ਪੜ੍ਹਨੀ ਆਉਂਦੀ, ਔਰ ਜਿਹੜਾ ਪੜ੍ਹ ਲੈਂਦਾ ਸੀ ਨਾ ਉਹਦੀ ਫਿਰ ਬੜੀ ਕਦਰ ਸੀ। ਚਿੱਠੀ ਆਈ ਹੈ, ਹੁਣ ਕਿਵੇਂ ਕਰੀਏ? ਉਹ ਫਲਾਣੇ ਕੋਲ ਚਲੇ ਜਾਓ, ਉਹ ਪੜ੍ਹ ਕੇ ਸੁਣਾ ਦੇਗਾ, ਉਹ ਲਿਖ ਵੀ ਦੇਗਾ। ਤੇ ਜੇ ਲੋਕ ਅਨਪੜ੍ਹ ਸਨ ਤੇ ਉਹਦੀ ਕਦਰ ਸੀ, ਭਾਵੇਂ ਆਪ ਵੀ 5, 7, 10 ਜਮਾਤਾਂ ਹੀ ਪੜ੍ਹਿਆ ਸੀ, ਲੋਕੀ ਚਿੱਠੀਆਂ ਪੜ੍ਹਾਉਣ ਉਹਦੇ ਕੋਲ ਜਾਂਦੇ ਸਨ। ਪੜ੍ਹੇ ਦੀ ਕਦਰ ਅਨਪੜ੍ਹ ਕਰਕੇ ਹੈ, ਸਿਆਣੇ ਦੀ ਕਦਰ ਕਮਲੇ ਕਰਕੇ ਹੈ, ਚਾਨਣ ਦੀ ਕਦਰ ਹਨੇਰੇ ਕਰਕੇ ਹੈ। ਇਸ ਲਈ ਜਿਹਦੇ ਕਰਕੇ ਸਾਡੀ ਹੋਂਦ ਹੋਵੇ ਉਹਨੂੰ ਨੀਵਾਂ ਨਹੀਂ ਵਿਖਾਣਾ ਚਾਹੀਦਾ। ਕੋਈ ਬੰਦਾ ਬਹੁਤ ਵਧੀਆ ਸਪੋਕਸਮੈਨ ਹੈ, ਉਹਨੂੰ ਬਹੁਤ ਲੋਕ ਸੁਣਨ ਆਉਂਦੇ ਨੇ, ਫਾਰ ਐਗਜ਼ਾਮਪਲ, ਤੇ ਉਹ ਮਥਾਜ ਹੈ ਸਰੋਤਿਆਂ ਦਾ। ਜੇ ਸਰੋਤੇ ਨਹੀਂ ਤੇ ਤੂੰ ਕੌਣ ਹੈ? ਤੇਰੀ ਹੋਂਦ ਸਰੋਤਿਆਂ ਕਰਕੇ ਹੈ। ਆਡੀਅנס ਕਹਿ ਦਿੰਦੇ ਹੋ ਤੁਸੀਂ, ਉਰਦੂ ਵਾਲੇ ਨੂੰ ਸਾਮਈਨ ਕਹਿੰਦੇ ਨੇ। ਸੱਸੇ ਕੰਨਾ ਮੰਮਾ ਈੜੀ ਬਿਹਾਰੀ ਨੰਨਾ, ਸਾਮਈਨ, ਆਡੀਅנס, ਸਰੋਤਾ, ਉਹ ਸਾਮਈਨ ਕਹਿੰਦੇ ਨੇ। ਇਸ ਵਾਸਤੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਗੁਰੂ ਕਿਰਪਾ ਕਰੇ ਤੇ ਸਾਰਿਆਂ ਦੇ ਵਿੱਚ ਹੀ ਸਰਗੁਣ ਸਰੂਪ ਵਿੱਚ ਹੀ ਉਹਦੇ ਦੀਦਾਰ ਕਰਵਾ ਦਿੰਦਾ ਹੈ। ਔਰ ਇਸ ਮਾਮਲੇ 'ਚ ਮੈਨੂੰ ਕਬੀਰ ਸਾਹਿਬ ਦੀਆਂ ਪੰਕਤੀਆਂ ਬੜੀਆਂ ਪ੍ਰੀਤਕਾਰ ਲੱਗਦੀਆਂ ਨੇ। ਜਦੋਂ ਕੋਈ ਪੁੱਛਦਾ ਹੈ ਵੀ ਰੱਬ ਦੇਖਿਆ ਜੇ, ਉਹ ਕਹਿੰਦੇ ਦੂਆਂ ਦੂਆਂ ਅੱਖਾਂ ਨਾਲ ਦੇਖਿਆ, ਰੋਜ਼ ਦੇਖਣਾ, ਹੁਣ ਵੀ ਦੇਖ ਰਿਹਾ। ਦੋਏ ਦੋਏ ਲੋਚਨ, ਦੂਆਂ ਦੂਆਂ ਅੱਖਾਂ ਨਾਲ ਪੇਖਾਂ ਮੈਂ ਦੇਖਣਾ। ਔਰ ਸੁਣ, ਹਉ ਹਰ ਬਿਨ ਔਰ ਨਾ ਦੇਖਾਂ, ਮੈਂ ਸਿਰਫ ਉਸੇ ਨੂੰ ਦੇਖਣਾ, ਹੋਰ ਕਿਸੇ ਨੂੰ ਦੇਖਦਾ ਹੀ ਨਹੀਂ।
और उसे नूं किवें देखदे हो, क्योंकि उहदे तो बिना मैनूं कोई दिसदा ही नहींगा। भाई साहब मुसलमानां नूं पानी पिआंदे ने, कंप्लेंट हो गई, बड़ी बार कथा सुनी है, सुनाई है। भाई साहब कहते ने महाराज मैं किसी नूं नहीं पानी पिआंदा, झूठ बोलते हैं, मैं तो जदों पिआना वा तुहानूं ही पिआना वा, मैनूं ते तुहाडे तो सिवा कोई नज़र ही नहीं आउंदा। तुसीं फिर कथा सुनी है ना भी महाराज कहन लगे भी मलम पट्टी भी करिया कर, कल्ला पानी ना पियाया कर, तेरी अवस्था बहुत उच्ची हो गई है। तो ये स्टेज है साडी अंदरली। मैनू कई मेरे वर्गे होरां नूं सब चो चोर नज़र आउंदे ने, विरोधी नज़र आउंदे ने, दुश्मन नज़र आउंदे ने, और बाणीकारां नूं सारियां विचों निरंकार नज़र आउंदा है। सो ब्रह्म दिखायो गुर मन ही माए, गुरु ने मैनू ब्रह्म परमात्मा मेरे मन दे विच ही दिखा दिता, इसलिए मैं हुण भटकदा नहीं। रब दी प्राप्ति लई मैं हुण इधर उधर नहीं भटकदा, होर कार विहार करना वा तो मैं करना ही है। दह दिस बूढ़ी पवन चलावे डोर रही लिवलाई। धार्मिक बंदा भी, रब नाल जुड़िया होया बंदा भी तुहानूं भटकदा होया नज़र आवेगा। बाणी कहंदी है जिवें पतंग नूं हवा इधर उधर डुलांदी है, किरतकार उहनूं भी भजाई फिरदी है। दह दिस बूढ़ी पवन चलावे, वो भी पतंग वांगू इधर उधर डोलदा फिरदा रोजी रोटी लई, पर डोर रही लिवलाई, अंदरों सुरत ओहदी परमात्मा च लगी हुंदी है। ये अर्थ ने ओहदे। सो ब्रह्म बतायो गुर मन ही माहे, जहा जाइए तह जल पखान, तू पूर रहो है सब समान। बाकी जे मैं तुहाडे आखे लग के तीर्थां ते जावां भी, उत्थे दो चीज़ां मशहूर ने, जहां जाइए जिथे भी जाइए तां उत्थे जल पखान, जां ते पानी है जां फिर पत्थर है। तीर्थां ते होर की हुंदा प्रेमियों? पत्थर दी मूर्ति हुंदी है, हेठां फर्श पत्थर दे हुंदे ने, और पानी ते हुंदा ही हुंदा है, क्योंकि बनांदे ही दरिया दे किनारे ते ने। जिथे जाइए उत्थे दो चीज़ां मत्थे लगदियां ने, एक पानी ते एक पत्थर। और रामानंद महाराज कहते हैं ना पानी कोई सवार सकता है ना पत्थर, वो तो तुहाडे फुहारे च भी आउंदा है, वाशरूम वाले च जदों टब च खड़ के नहांदे हो। तो एक बड़ी वड्डी बख्शिश, बड़ी वड्डी अगेती जानकारी, बड़ा अमीर विरसा है साडे कोल। पर पता नहीं क्यों फिर भी कुछ लोग सानू फिर भी हिंदू बनाने के उत्ते तुले हुए हैं भी तुसीं भी पत्थरां दे पिछे लगो, तुसीं भी पानी नाल ही समझो भी गल बनती है। पता नहीं क्यों, जां ते अज्ञानता है जां फिर कोई साजिश है। देखो कितना स्पष्ट वचन है, जहां जाइए तहां जल पखान, जां पानी है जां पत्थर है। अच्छा, एक है पाथर कीचै भाओ, दूजा पाथर तरिए पाओ। पत्थर की मूर्ति स्थापन की है, ओदा सत्कार करना है, उन्हों भोग लवाना है, उन्होंने इशनान कराना है, उसकी आरती करनी है। तो बाबा नामदेव साहब कहते हैं उस मंदिर दे विच परिक्रमा विच भी पत्थर लगा है, वो उत्ते पैर धर धर के, ये भी पत्थर ते वो भी पत्थर, फर्क ही है ना जी। एक है पाथर कीचै भाओ, एक पत्थर का तो बड़ा सत्कार हो रहा है, दूजा पाथर धरिए पाओ, उहदे ते पैर रख रहे हो। जे ये देओ तां ओह पी देवा। जिहड़ा पत्थर तुसीं इत्थे स्थापन कीता, जे देवता है तो फिर जिहदे ते पैर धर के आउंदे वो भी देवता है। इसलिए ना मैं इहनूं देवता मानना, ना मैं उहनूं देवता मानना। कह नाम देओ हम हर की सेवा। मैं तो हरि दे चरनां नाल जुड़ना, पत्थर दीयां प्रतिमावां नाल नहीं जुड़दा। ये मैं तां अर्ज कर रहा कि जिक्र आया है जहाँ जाइए तां जल पखान, जिथे जाइए जां ते पत्थर की मूर्ति है जां फिर पानी है। एक शब्द है भगत कबीर साहब का, बड़ा प्रसिद्ध है, तुहानूं सारिआं नूं वो करीब करीब सरले मैं तो याद ही कराना है। वो कहते पाती तोरै मालनी, पाती पाती जियो। मालिन
ਮਾਲੀ ਦਾ ਇਸਤਰੀ ਲਿੰਗਵਾਚਕ ਮਾਲਨ। ਆਮ ਤੌਰ ਤੇ ਭਾਰੇ ਕੰਮ ਮਾਲੀ ਕਰਦਾ, ਥੋੜੇ ਹਲਕੇ ਫੁਲਕੇ ਮਾਲਨ ਨੂੰ ਦੱਸਦਾ ਹੈ। ਤੂੰ ਥੋੜੇ ਫੁੱਲ ਤੋੜ ਲੈ, ਥੋੜੇ ਹਾਰ ਬਣਾ ਲੈ, ਇਦਾਂ ਕਰ ਲੈ, ਉਦਾਂ ਕਰ ਲੈ। ਤੋ ਮਾਲਨ ਪੱਤੇ ਤੋੜਦੀ ਹੈ। ਉਹ ਜਿਹੜੇ ਫੁੱਲ ਤੇ ਪੱਤੇ ਤੋੜਦੀ ਹੈ ਮੂਰਤੀ ਦੇ ਅੱਗੇ ਅਰਪਣ ਕਰਨ ਵਾਸਤੇ। ਲੌਜਿਕ ਇਹ ਹੈ ਕਬੀਰ ਸਾਹਿਬ ਦਾ ਵੀ ਜਿਹੜੇ ਤੂੰ ਪੱਤੇ ਤੋੜ ਰਹੀ ਹੈ, ਫੁੱਲ ਤੋੜ ਰਹੀ ਹੈ, ਇਹ ਤੇ ਜਾਨਦਾਰ ਨੇ, ਪਰ ਜਿਹੜੀ ਮੂਰਤੀ ਅੱਗੇ ਤੂੰ ਇਹਨਾਂ ਨੂੰ ਕੁਰਬਾਨ ਕਰਨਾ ਹੈ ਉਹ ਬੇਜਾਨ ਨੇ। ਕਿੱਡਾ ਵੱਡਾ ਅਨਰਥ ਹੈ। ਇੱਕ ਜਾਨਦਾਰ ਦੀ ਬਲੀ ਬੇਜਾਨ ਵਾਸਤੇ ਦੇ ਦੇਣੀ, ਇੱਕ ਸਜੀਵ ਦੀ ਬਲੀ ਨਿਰਜੀਵ ਵਾਸਤੇ ਦੇ ਦੇਣੀ। ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ। ਜਿਸ ਪੱਥਰ ਦੀ ਮੂਰਤੀ ਲਈ ਤੂੰ ਫੁੱਲ ਪੱਤੇ ਤੋੜਨੀ ਹੈ, ਸੋ ਪਾਹਨ ਨਿਰਜੀਓ, ਉਹ ਨਿਰਜੀਵ ਹੈ, ਬੇਜਾਨ ਹੈ। ਔਰ ਫਿਰ ਹੋਰ ਸੁਣ, ਤੂੰ ਕਹਿੰਦੀ ਹੈ ਵੀ ਇਹ ਜਿਹੜਾ ਫੁੱਲ ਹੈ ਇਹਦਾ ਸਮਾਜ ਹੈ ਬ੍ਰਹਮਪਾਤੀ ਬਿਸ਼ਨਡਾਰੀ ਫੂਲ ਸ਼ੰਕਰ ਦਿਓ। ਤੁਸੀਂ ਕਹਿੰਦੇ ਹੋ ਇਹਦੇ ਚ ਤਿੰਨੇ ਦੇਵਤੇ ਨੇ, ਫੁੱਲ ਸ਼ੰਕਰ ਹੈ, ਬ੍ਰਹਮਪਾਤੀ ਬਿਸ਼ਨਡਾਰੀ ਵਿਸ਼ਨੂੰ ਟਾਹਣੀਆਂ। ਇਸ ਹਿਸਾਬ ਨਾਲ ਤੇ ਤੂੰ ਤਿੰਨਾਂ ਦੇਵਤਿਆਂ ਨੂੰ ਤੋੜ ਕੇ ਤੇ ਪੱਥਰ ਦੀ ਮੂਰਤੀ ਅੱਗੇ ਧਰ ਰਹੀ ਹੈ। ब्रह्मपाती बिशनडारी फूल शंकर देव तीन देव प्रतख तोरें। करें किसकी से हो? प्रतख रूप विच तिन्ना देवतियां नूं तोड़ के ते तू किहदी सेवा कर रही है? आप किसी दी भी नहीं कर रही, अनर्थ कर रही है। पर असी हुण भी करने आ। फिर नाल असी ये भी कहने भी सानू जिहड़ा टोकेगा फिर देख लांगे असी। गुरबाणी की कहती है? दूध तां बछड़ा थनों बिटारियो, फूल भवर जल मीन बिगारियो। फुल तोड़ के ते अर्पण कर दे। आ किन्ने फुल साडे कई स्थानां ते लखां रुपइयां दे, करोड़ां रुपइयां दे फुल जाया हो जाते। वो किन्ना 2 4 5 घंटे एक दिन 2 दिन रहिंदे ने, फिर वो सब कूड़े चले जाते। रुपइयां दा खर्चा जे ये अकल वरती हुंदी, कितने गरीब लोग ने, कितने गुरबत विच जिंदगी सिख बशर कर रहे हैं। तुसी सोशल मीडिया ते देखदे हो, कोई मंजे ते पिया करा रहा है, हाय मर गया मैनू बचा लो, कोई कुछ कर रहा है, कोई कुछ कर रहा। बड़ी गुरबत है, बड़ी गरीबी है। जे इस प्रकार धन जाया करन दी थां उन्हां गरीबां दी मदद कर दी जाए, फाइनैंशली हैल्प कर दी जाए, तो कितनी चंगी गल है। पर नहीं, असी करोड़ 2 करोड़ रुपये के फुल जाया कर देंगे, किसी गरीब की मदद नहीं कर सकते। ये गुरमत नहीं है। और फिर जेड़े तू फुल अर्पण कर रहा है, तेरा इष्ट तेरा गुरु ग्रंथ साहब कहता है फुल तो पहले ही झूठे हो गए ने। झूठे फुल क्यों चढ़ा रहा है? फूल भवर जल मीन बिगारे। कट्टिया बच्चिया ने दुध झूठा कर दिता, भौरिया ने फुल झूठे कर दिते। और जेड़ा पानी तू मूर्ति दे सिर च डोलना है, 42 लाख जीव जंतु पानी च पैदा होंदे, पानी च यूरन डिस्चार्ज करते, पानी च डस्ट डिस्चार्ज करते, पानी च मरदे। वो पानी किवें पवित्र हो गया? जिथे रोज कोई जन्म लै रहा है, कोई मर रहा है, कोई हाजत पूरी कर रहा है, कोई कुछ कर रहा है, कोई कुछ कर रहा है, वो पानी किवें पवित्र हो गया? वो भी अपवित्र है। और तू वो इशनान करा के कहना मूर्ति पवित्र हो गई है। किड्डी वड्डी तेरी अज्ञानता है। दूध तां बछड़ा थनो बिटारियो, फूल भवर जल मीन बिगारियो। माई गोबिंद पूजा कहा लै चढ़ावो। मैं की चढ़ावा चढ़ावा गोबिंद की पूजा लई? अवर ना फूल अनूप ना पावो। मैनू अनुपम फुल, वो फुल जिन्होंने असी कहीए भी क्या बात है, वंडरफुल, वो फुल तो लभदे ही नहीं किते। जिन्होंने किसी ने टच ही ना किया हो, अनटच हो, वो तो लभदे ही नहीं। मैं चढ़ावा की? मैला घर बेरे है भयंगा, मैं चंदन का भी की करा, उन्होंने भी सप्पा ने झूठा किया होया। आ कोई लॉजिक दे रहा सी कल परसों, कहता जी सप्पा नूं कोई, चंदन नूं कोई सप्पा ने नहीं लपेटिया हुंदा। तो मैं बेनती कर दिया, बाणी च लिखिया है भी चंदन नूं सप लपेटदे ने। हुण उहनूं भुलेखा कित्थे लगा?
ये फसल 15 साल च तैयार होंदी है और 15 साल च पता कितनी लकड़ बनती है एक चंदन की? सिर्फ 15 किलो, मिनीमम 10 किलो, मैक्सीमम 15 किलो। तुसीं जदों जांदे हो तो राह च एक नगर आउंदा गराउंडा, उत्थे एक सज्जन ने चंदन की खेती की है और मैं उत्थे विजिट करके आया। पहले 8 साल वो चो कोई खुशबू नहीं आती, 9 साल भी लग सकते हैं, 10 भी लग सकते हैं। तो पहले 8-9 साल का बूटा है तो तुसी जाओ, तुसी को इत्थे तो कोई सप है ही नहीं, बाणी च गलत लिखिया नहीं, वो अगला जिहड़ा लास्ट पीरियड है उदों उहदे च सुगंधी प्रवेश करती है। ये भी मैं बेनती कर दिया, अधूरा ज्ञान भी बहुत खतरनाक होंदा है। और हुण सोशल मीडिया ते सही गल्लां घट ते गलत गल्लां ज़्यादा आउण लग पईयां ने। मैलागर बेरे है भुयंगा, बिख अमृत बसै एक संगा, धूप दीप नैवेद्य बासा, कैसे पूज करें तेरी दासा। फिर कहते तन मन अर्पों पूज चरावों, गुर प्रसाद निरंजन पावों। ये तत् कढ़िया, तन अर्पण कर दे, अपना मन अर्पण कर दे। कंचन स्यों पाइए नहीं तोल, मन दे राम लिया है मोल। मन अर्पण करना पैंदा है। मन अर्पों धन राखों आगे, मन की मत मोहे सगल त्यागी। सो तन मन धन सब सौंप गुर को, हुक्म मन्ने पाइए। मैं बाकी 2 पद्यां वाल भी आप जी का ध्यान दवावां। जहा जाइए तह जल पखान, तू पूर रहो है सब समान। ਜਿਹੜੇ भी तीरथ ते जाइए उत्थे जां पत्थर ने जां पानी है, ना पत्थर कोई सवार सकते ने, ना ही पानी कोई सवार सकता है, सवारना तो बाणी ने है। और एक होर गल है, मैं उत्थे जावां क्यों? क्योंकि तू पूर रहो है सब समान। समान मैंने बराबर, ऐसा नहीं भी एक थां ते ओदी मौजूदगी कुछ परसेंट ज़्यादा है, दूजी थां ते ओदी मौजूदगी कुछ परसेंट माइनस हो जाती है ना। तू पूर रहो है सब समान, बराबर है तू हर जगह पे। फिर मैं क्यों उत्थे जावां? एक गुरमत का मैसेज है। हुण जिस तरह पहला पंडे गुस्सा करते सन, कबीर साहब कहते जब हम एको एक कर जाने तब लोगों का ये दुख माने। जदों मैं कहा भी परमात्मा व्यापक है, ये क्यों नाराज हो गए ने? कबीर जी उन्हों की दुकान बंद होंदी सी तां नाराज होए सन। पहला पंडे नाराज होंदे सन, मुल्ले नाराज होंदे सन, हुण सिख भी नाराज होंदे ने, क्योंकि उन्होंने भी दुकानां बना लईआं। जिथे होना चाहिए सी गुरुद्वारे लाए भावनी, एक ना 10वां द्वार दिखाया, उत्थे कंपीटीशन चल गया भी साडा चढ़ावा फलाने थां नालों ज़्यादा है, साडा उहदे नालों ज़्यादा है, साडा उहदे नालों ज़्यादा है। किवें वधाना है? कंपीटीशन इस पासे चल पे। खैर फिर वो जदों कंपीटीशन थोड़ा लगता भी किसी की वजह करके पिछे रह रहे, फिर वो क्रोध आता है। अच्छा, क्रोध कदों आता बंदे नूं? जदों बंदे नूं लगता भी आ मेरी काम की पूर्ति हो सकती सी, इस बंदे करके नहीं, उहदे ते गुस्सा आवेगा। मेरी लोभ की पूर्ति हो सकती सी, अड़िका फलाना बंदा विच बनिया, उहदे ते गुस्सा आवेगा। यही हाल बाकी विकारां दा। जदों सानूं लगदा भी फलां व्यक्ति की वजह करके मैं अपने मनसूबे च कामयाब नहीं होया, उहदे ते क्रोध आउंदा। सो जहां जाइए तह जल पखान, तू पूर रहो है सब समान। तू बराबर सारिया जगह ते व्यापक है। वेद पुराण सब देखे जोए, वेदां पुराणां नूं भी सर्च करके वेख्या। ऊहां तौ जाइए जो इहां ना होए, ऊहां ओथे इहां इत्थे। भाव प्रस्थान करन दी ते तां जरूरत है जे रब एक थां ते होवे, दूजी ते ओह ते व्यापक है, जिथे मैं रहना उत्थे भी है। इसलिए ओहदी प्राप्ति लई डिपार्चर करन दी जरूरत नहीं है, हिजर करन दी जरूरत नहीं है, मूव होने की जरूरत नहीं है, भरमण करन दी जरूरत उक्का नहीं है। जिथे जिथे गुरु साहबान दे चरण पए ने, जे असीं अफोर्ड करने आ, शरीर साथ दिंदा है, एक बार 2 बार ओहदे दीदार करन च कोई हर्ज नहीं, करने चाहिए ने। पर उत्थे रब है तो इत्थे नहीं, इदां दा कोई गुरमत स्टैंप नहीं लाती, उन्होंने घर बैठ के भी प्राप्त किया जा सकता। हुण मैं अंतला पता आप जी की नज़र करके खिमा लवां।
सतगुर मैं बलिहारी तोर जिन सकल बिकल भ्रम काटे मोर। सकल बिकल, बिकल कठन, सकल सारे भ्रम वहम भुलेखे। हे सतगुरु मैं तेरे तो सदके हाँ। रामानंद महाराज कहते हे वाहिगुरु, हे सतगुरु मैं तेरे तो सदके हाँ, तू मेरे भरम दूर कर दिता। वेखो नजरिया कैसा है। साडा कोई भरम दूर करे भी रब नूं प्राप्त करने लई भरमन ना कर ते असीं गुस्सा करने आ। ते रामानंद जी का जिन्हें भरम दूर किया, कहते मैं तो सदके हाँ जिन्हें मेरी खेचल मुका दी, एनर्जी भी बच गई, टाइम भी बच गया, मनी भी बच गई। अगे मैं भरमन में ही विश्वास रखता सा भी उत्थे जावांगा तो मिलेगा, इत्थे नहीं मिलेगा। मैं सदके हाँ मेरिया 3 चीज़ां तुसीं सेव कर दित्तियां। असीं गुस्सा करने आ, वजह सानूं लगदा भी दुकानदारी नूं फर्क पेगा। जब हम एको एक कर जाने तब लोगां काहे दुख माने। कबीर जी इन्हां दियां दुकानां नूं फर्क पैंदा सी, इन्हां ने तां दुख मनाया सी। हुण भी उही तकलीफ मनदे ने, गुरमत प्रचंड करन लग्या दूजियां नूं कोई तकलीफ नहीं गी। आम जग्यासू प्रसन्न हुंदा है उहदा वहम भरम कटण ते, उहदा सही मार्गदर्शन होवे, वो प्रसन्न हुंदा है, वो धन्नवाद करदा है। पर जिन्हां ने इहनूं तिजारत बनाया उन्हां नूं तकलीफ हुंदी है। सतगुर मैं बलिहारी तोर जिन सकल बिकल भ्रम काटे मोर। मेरे सारे भरमां दा नाश कर दिता। लिहाजा रामानंद स्वामी रमत ब्रह्म, रामानंद दा मालक प्रभु हर थां मौजूद है पर मिलदा गुरु राही है। गुर का शब्द काटे कोट कर्म, गुरु दे शब्द विच इन्नी बरकत है करोड़ां कीते मंदे कर्मां दा नाश कर दिंदा। ये वहम ना कर बई मैं बहुत दूर निकल आया पुठे काम कर करके मेरा कुछ नहीं होना। वो कहंदे गुरु का शब्द करोड़ां भैड़े कर्मां नूं कट्टण समर्थ है। संगत जी जे लकड़ां दा ढेर बहुत वड्डा होवे, किले 2 किलियां च आकाश नूं छूंदा होवे ते उन्नी अग नहीं ना लियाउणी पैंदी। उन्हां नूं साड़न लई एक माचिस बहुत है, ਉਹਦੇ ਚੋਂ एक सीख ਕੱਢਣੀ है, ਉਹਨੂੰ ਘਸਾ के लाना है तो सब स्वाहा खत्म। उन्नी मिकदार विच उन्ने वजन विच सानू जिहड़ा अग नहीं लियाउणी पैंदी, अंगार नहीं लियाउणे पैंदे, माचिसां नहीं लियाउणीਆਂ पैंदियां, क्योंकि ਉਹਦੀ तासीर है वो थोड़ा भी ज़्यादा काम करता है। सो भगत जी ने सानू भरमन करन तो अज भी वर्जित किया है। बाणी का यह फरमान है। बाकी आपो अपने विचार ने, वो सब नूं मुबारक ने। भुलां गलतियां दी खिमा बख्शनी। आओ अगला प्रोग्राम सन्मानयोग भाई साहब तो सरवण करिए। सो गुरु फतेह की सांझ करते हुए आग्या बख्शिश करो जी। वाहिगुरु जी का खालसा, वाहिगुरु।